खड़ियाल साहब, सीधा सवाल, गिरफ्तारी के उत्ते इतराज है, जिहड़ा मामला है उस दे उत्ते इतराज है, गिरफ्तारी के तरीके उत्ते इतराज है। आखिर कांग्रेस इस पूरे मामले नूं बदलाखोरी वाली सियासत या कार्रवाई क्यों कह रही है? गौरव जी, मैं शुरुआत आ वीडियो तो करना चाहना है। सीएम भगवंत मान साहब की वीडियो है ये। मैं एक पोलीटिकल वेंडेटा ते मैं सवाल भी पा रहा लोक सभा दे विच, स्पैशली खैरा साहब वाला, कि किस तरह ਜਿਹੜੇ ਸੱਚੇ ਬੰਦੇ ਨੇ, ਸੱਚ ਬੋਲਣ ਵਾਲਿਆਂ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਆਪਸ ਚ ਕਿਵੇਂ ਇਹ ਪਾਰਟੀਆਂ ਦੋਨੇ ਰਲੀਆਂ ਹੋਈਆਂ ਨੇ। ਸੋ ਹਰ ਵਕਤ ਖੈਰਾ ਸਾਹਿਬ ਦੇ ਨਾਲ ਅਹੁਦੇਦਾਰ ਵੀ ਔਰ ਦਿੱਲੀ ਦੀ ਲੀਡਰਸ਼ਿਪ ਵੀ ਉਹਨਾਂ ਨੂੰ ਸੁਜੈਸਟ ਵੀ ਕਰਦੇ ਰਹੇ ਕਿ ਦਿੱਲੀ ਦੇ ਵਿੱਚ ਲੀਗਲ ਖੈਰਾ ਸਾਹਿਬ ਨੂੰ ਕਿ ਕਿਸ ਤਰ੍ਹਾਂ ਕਰਨਾ ਚਾਹੀਦਾ। ਜਦੋਂ ਉਹਦੇ ਵਿੱਚ ਇਹੀ ਹੈ, ਦੇਖੋ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਰਾਹਤ ਦਿੱਤੀ। ਜਿਹੜੇ ਮੈਟਰ ਹੈ, ਨਾ ਤਾਂ ਖੈਰਾ ਸਾਹਿਬ ਦਾ ਨਾਂ ਕਿਤੇ ਚਾਰਜ ਸ਼ੀਟ 'ਚ ਹੈ, ਨਾ ਕਿਸੇ ਚਲਾਨ 'ਚ ਪੇਸ਼ ਕੀਤਾ, ਨਾ ਕੋਈ FIR 'ਚ ਹੈ। ਕਿਸ ਤਰ੍ਹਾਂ ਉਹ ਜਿਹੜਾ ਇਹਨਾਂ ਨੇ 319 ਦੇ ਅੰਡਰ ਲੈ ਲਿਆ, ਉਹ ਸਾਨੂੰ ਜਿਹੜੇ ਦਿੱਲੀ ਦੇ ਵੀ ਨੇ, ਕੁਝ ਪੰਜਾਬ ਦੇ ਜਿਹੜੇ ਲੀਗਲ ਐਕਸਪਰਟ ਨੇ, ਉਹਨਾਂ ਨੇ ਕਿਹਾ ਕਿ ਇਸ ਕੇਸ ਦੇ ਵਿੱਚ ਕੁਝ ਨਹੀਂ। ਲਾਸਟ ਵਰਡ ਔਰ ਸਿਆਸੀ ਬਦਲਾਖੋਰੀ ਦੀ ਹੱਦ ਹੈ ਕਿ ਉਹ ਸਿਆਸੀ ਬਦਲਾਖੋਰੀ ਦੀ ਹੱਦ ਹੈ ਇਹ। ਭਗਵੰਤ ਮਾਨ ਸਾਹਿਬ ਕਹਿ ਰਹੇ ਹੈ, ਮਾਨ ਸਾਹਿਬ ਤੁਸੀਂ ਜਿਹਨੂੰ ਸਿਆਸੀ ਬਦਲਾਖੋਰੀ ਦੀ ਹੱਦ ਦੱਸ ਰਹੇ ਹੋ, ਪੋਲੀਟੀਕਲ ਵੈਂਡੇਟਾ ਦੱਸ ਰਹੇ ਹੋ, ਤੇ ਫਿਰ ਪੁਲਿਸ ਨੂੰ ਕੰਡੈਮ ਕਰੋ, ਇਹ ਐਕਸ਼ਨ ਗਲਤ ਹੈ। ਦੂਜੀ ਗੱਲ, ਇਹ ਕਾਲਾ ਦਿਨ ਸੀ ਡੈਮੋਕ੍ਰੇਸੀ ਲਈ ਗੌਰਵ ਜੀ, ਕਿਉਂਕਿ ਅਰੈਸਟ ਅਨਕਨਸਟੀਟਿਊਸ਼ਨਲ ਹੈ। ਮੈਂ ਤੁਹਾਨੂੰ ਦੱਸਦਾ ਕਿਉਂ, ਸਾਰੇ ਕਾਰਨ ਦੱਸੂਗਾ। ਪਹਿਲਾਂ ਤਾਂ 8 ਸਾਲ ਪੁਰਾਣਾ ਕੇਸ ਹੈ ਜੀ, ਤੇ ਇਹ ਕੇਸ ਖਤਮ ਹੋਇਆ ਹੈ, ਟ੍ਰਾਇਲ ਕੰਕਲੂਡ ਹੋਇਆ। ਜਿਹੜੇ ਮੁਲਜ਼ਮ ਸੀ ਉਹਨਾਂ ਨੂੰ ਸਜ਼ਾ ਮਿਲੀ ਹੋਈ ਹੈ। ਖੈਰੇ ਸਾਹਿਬ ਦਾ ਨਾਮ ਨਾ ਤਾਂ ਪਰਚੇ ਦੇ ਵਿੱਚ ਸੀਗਾ, ਖੈਰਾ ਸਾਹਿਬ ਦਾ ਨਾਮ ਨਾ ਚਲਾਨ ਦੇ ਵਿੱਚ ਸੀਗਾ, ਨਾ ਖੈਰਾ ਸਾਹਿਬ ਦੇ ਖਿਲਾਫ ਕੋਈ ਐਵੀਡੈਂਸ ਸੀਗਾ। ਸੁਪਰੀਮ ਕੋਰਟ ਜਦੋਂ ਅਸੀਂ ਗਏ, ਸਾਨੂੰ 319 ਚ ਸਮਨ ਕੀਤਾ ਗਿਆ ਸੀਗਾ, ਅਸੀਂ ਸੁਪਰੀਮ ਕੋਰਟ ਗਏ, ਸੁਪਰੀਮ ਕੋਰਟ ਨੇ ਆਰਡਰ ਸਟੇ ਕਰਤਾ ਤੇ ਸਾਰਾ ਕੁਝ ਖਤਮ ਹੋ ਗਿਆ। ਉਹ ਤੋਂ ਬਾਅਦ 2023 ਦੇ ਵਿੱਚ 8 ਸਾਲ ਬਾਅਦ ਆ ਕੇ ਤੇ ਅਰੈਸਟ ਕਰ ਲਿਆ ਜਾਂਦਾ ਖੈਰਾ ਸਾਹਿਬ ਨੂੰ। ਮੇਰਾ ਪਹਿਲਾ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੈ ਕਿ ਬੇਸਿਸ ਕੀ ਹੈ, ਕੀ ਐਵੀਡੈਂਸ ਆਇਆ ਜਿਹਦੇ ਬੇਸਿਸ ਤੇ ਤੁਸੀਂ ਖੈਰਾ ਸਾਹਿਬ ਨੂੰ ਅਰੈਸਟ ਕੀਤਾ ਹੈ। ਮੇਰਾ ਦੂਜਾ ਸਵਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਜੇ ਐਵੀਡੈਂਸ ਹੁੰਦਾ ਜਾਂ ਕੋਈ ਬੇਸਿਸ ਹੁੰਦਾ ਤੇ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਕਰਨਾ ਹੀ ਨਹੀਂ ਸੀਗਾ। ਉਹਨਾਂ ਨੇ ਇਹੀ ਦੇਖਿਆ ਨਾ ਵੀ ਰਿਕਾਰਡ ਤੇ ਕੋਈ ਐਵੀਡੈਂਸ ਨਹੀਂ, ਕੁਝ ਵੀ ਨਹੀਂ ਹੈ, ਦੇਅਰਫੋਰ ਸਟੇ ਕਰਤਾ। ਤੇ ਕੀਤਾ ਵੀ ਕਨਸਟੀਟਿਊਸ਼ਨ ਬੈਂਚ ਨੇ ਸੀਗਾ, 5 ਜੱਜਾਂ ਦੇ ਬੈਂਚ, ਸੁਪਰੀਮ ਕੋਰਟ ਦੇ ਨੇ ਕੀਤਾ ਸੀਗਾ ਜੀ। ਅਗਲਾ ਇਹ ਹੈ ਗੌਰਵ ਜੀ, ਇੱਕ ਟਰਮ ਹੈ ਡਬਲ ਜੈਪਰਡੀ। ਇੱਕ ਕੇਸ ਦੇ ਵਿੱਚ ਇੱਕ ਵਿਅਕਤੀ ਨੂੰ ਇੱਕ ਵਾਰ ਤੋਂ ਜ਼ਿਆਦਾ ਨਾ ਤਾਂ ਉਹਨੂੰ ਪ੍ਰੋਸੀਕਿਊਟ ਕੀਤਾ ਜਾ ਸਕਦਾ ਹੈ, ਉਹਦੇ ਕੇਸ ਚੱਲ ਸਕਦਾ ਹੈ, ਤੇ ਇੱਕ ਵਾਰ ਤੋਂ ਜ਼ਿਆਦਾ ਸਜ਼ਾ ਨਹੀਂ ਮਿਲ ਸਕਦੀ। ਹੁਣ ਖੈਰਾ ਸਾਹਿਬ ਨੂੰ ਤਾਂ ਆਲਰੇਡੀ ਪ੍ਰੋਸੀਕਿਊਟ ਕਰਨ ਦੀ ਕੋਸ਼ਿਸ਼ ਕੀਤੀ ਸੀ PMLA ਕੇਸ ਦੇ ਵਿੱਚ, ਜਿਹਦੀ ਡੇਟ 6 ਅਕਤੂਬਰ ਹੈ। ਆਨਰੇਬਲ ਹਾਈ ਕੋਰਟ ਦੇ ਵਿੱਚ ਕੁਐਸ਼ਨ ਦਾਇਰ ਕੀਤੀ ਹੋਈ ਹੈ ਤੇ ਟ੍ਰਾਇਲ ਕੋਰਟ ਦੀ ਪ੍ਰੋਸੀਡਿੰਗ ਤੇ ਸਟੇ ਲੱਗਣਾ ਚਾਹੀਦਾ ਹੈ। ਉਹ ਮੈਟਰ ਸਬ ਜੁਡਿਸ ਉਹਦੇ ਬਾਵਜੂਦ ਖੈਰਾ ਸਾਹਿਬ ਨੂੰ ਆ ਕੇ ਅਰੈਸਟ ਕਰ ਲਿਆ ਜਾਂਦਾ ਹੈ। ਮੇਰਾ ਸਵਾਲ ਇਹਨਾਂ ਨੂੰ ਇਹ ਹੈ ਕਿ ਗੌਰਵ ਜੀ, ਜਦੋਂ ਟ੍ਰਾਇਲ ਕੰਕਲੂਡਡ ਹੈ, ਤੁਹਾਨੂੰ CRPC ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਉਹਨੂੰ ਫੇਰ ਖੜਾ ਕਰ ਲਓ। ਮੈਨੂੰ ਇਹ ਦੱਸੇ ਨੇ ਕਿ ਪਰਚਾ ਨਵਾਂ ਕੀਤਾ ਇਹਨਾਂ ਨੇ ਜਾਂ ਫਿਰ ਸਪਲੀਮੈਂਟਰੀ ਚਲਾਨ ਪਹਿਲਾਂ ਵਾਲੇ ਪਰਚੇ ਦੇ ਵਿੱਚ ਕਰਤਾ। ਇਹ ਚੀਜ਼ ਦੀ ਕਲੈਰਿਟੀ ਲੈਣੀ ਜ਼ਰੂਰੀ ਹੈ, ਅਦਰਵਾਈਜ਼ ਇਟਸ ਵੈਰੀ ਅਨਕਨਸਟੀਟਿਊਸ਼ਨਲ। ਅਗਲਾ ਇਹ ਹੈ ਕਿ ਗਰਾਊਂਡ ਆਫ ਅਰੈਸਟ ਪੁੱਛਣਾ, ਜੇ ਕਿਸੇ ਬੰਦੇ ਨੂੰ ਕੋਈ ਪੁਲਿਸ ਅਰੈਸਟ ਕਰਨਾ ਆਵੇ ਤੇ ਬੰਦਾ ਗਰਾਊਂਡ ਆਫ ਅਰੈਸਟ ਪੁੱਛ ਸਕਦਾ ਹੈ। ਖੈਰਾ ਸਾਹਿਬ ਨੇ ਗਰਾਊਂਡ ਆਫ ਅਰੈਸਟ ਪੁੱਛਿਆ, ਪੁਲਿਸ ਨੇ ਦੱਸਿਆ ਨਹੀਂ। ਮੈਂ ਸੰਘੇੜਾ ਸਾਹਿਬ ਨੂੰ ਪੁੱਛੂੰਗਾ, ਸੰਘੇੜਾ ਸਾਹਿਬ ਗਰਾਊਂਡ ਆਫ ਅਰੈਸਟ ਕੀ ਹੈ, ਕੀ ਮਿਲਿਆ। ਦੂਜੀ ਗੱਲ, ਮੈਂ ਇਹਨਾਂ ਨੂੰ ਇਹ ਪੁੱਛਦਾ ਕਿ 6 ਵਜੇ ਇੱਕ 3 ਵਾਰ MLA ਜਿਹੜੇ ਬਣੇ ਹੋਏ ਹੈ, ਉਹ ਲੀਡਰ ਦੇ ਘਰੇ ਪਹੁੰਚ ਕੇ, ਜਿਹੜੇ ਫਾਰਮਰ ਲੀਡਰ ਆਫ ਆਪੋਜੀਸ਼ਨ ਹੈ ਤੁਹਾਡੀ ਪਾਰਟੀ ਦੇ ਸੀਗੇ, ਤੇ ਉਹਨਾਂ ਦੇ ਘਰ ਦੇ ਵਿੱਚ ਵੜਨਾ, ਉਹਨਾਂ ਦੇ ਬੈਡਰੂਮ ਦੇ ਵਿੱਚ ਵੜਨਾ, ਜਿੱਥੇ ਮਹਿਲਾਵਾਂ ਨੇ, ਉਹਨਾਂ ਦੀ ਵਾਈਫ ਸੀ, ਉਹਨਾਂ ਦੀ ਡਾਟਰ ਇਨ ਲਾਅ ਨੂੰਹ ਸੀ, ਉਹਨਾਂ ਦਾ ਪੋਤਾ ਸੀ, ਉਹਨਾਂ ਦੇ ਬੱਚੇ ਸੀ। ਤੇ ਮਤਲਬ ਕਿ ਇੱਥੋਂ ਇੱਕ ਗੱਲ ਝਲਕਦੀ ਹੈ ਖੁੱਲੇਆਮ ਸ਼ਰੇਆਮ ਗੌਰਵ ਜੀ, ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੋਲੀਟੀਕਲ ਵੈਂਡੇਟਾ ਕਰ ਰਹੀ ਹੈ ਤੇ ਇੱਕ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਸਾਨੂੰ ਸਵਾਲ ਕਰੋਗੇ ਤੇ ਤੁਹਾਡੇ ਨਾਲ ਖੁੱਲੇਆਮ ਸ਼ਰੇਆਮ ਪੋਲੀਟੀਕਲ ਵੈਂਡੇਟਾ ਹੋਊਗਾ। ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਚਾਹ ਰਿਹਾ। ਤੁਸੀਂ ਇੱਕ ਵੀਡੀਓ ਕਲਿੱਪ ਸੁਣਾਈ ਹੈ, ਉਸ ਸਮੇਂ ਬਦਲਾਖੋਰੀ ਦੇ ਇਲਜ਼ਾਮ ਆਮ ਆਦਮੀ ਪਾਰਟੀ ਲਗਾ ਰਹੀ ਸੀ, ਪਰ ਉਹਨਾਂ ਨੂੰ ਨਕਾਰ ਰਹੀ ਸੀ ਕਾਂਗਰਸ। ਇਹੀ ਹੋ ਰਿਹਾ ਸੀ, ਅੱਜ ਬਿਲਕੁਲ ਰਿਵਰਸ ਹੋ ਗਿਆ। ਬਿਲਕੁਲ ਗਲਤ। ਮੈਂ ਦੱਸਦਾ, ਸਾਡੀ ਜਦੋਂ ਕੇਸ ਹੋਇਆ ਨਾ PMLA ਦਾ, ਉਹ ਸਟੇਟ ਸਰਕਾਰ ਦਾ, ਸਟੇਟ ਪੁਲਿਸ ਦਾ ਕੋਈ ਕੰਸਰਨ ਹੀ ਨਹੀਂ ਸੀਗਾ। ਉਹ ਤਾਂ ED ਇਨਵੋਲਵ ਹੋਈ ਸੀ, ਇਨਫੋਰਸਮੈਂਟ ਡਾਇਰੈਕਟੋਰੇਟ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਵਿੱਚ। ਸੋ ਆ ਕੇਸ ਵਿਦ ਦੈਟ ਕੇਸ ਇਜ਼ ਇੰਟਾਇਰਲੀ ਡਿਫਰੈਂਟ। ਦੂਜੀ ਗੱਲ, ਸਵਾਲ ਤਾਂ ਇਹ ਹੈ ਵੀ CM ਸਾਹਿਬ ਦੇ ਪਹਿਲਾਂ ਵਾਲੇ ਬਿਆਨ ਨੂੰ ਸੱਚ ਮੰਨੀਏ ਕਿ ਅੱਜ ਵਾਲੇ ਬਿਆਨ ਨੂੰ ਸੱਚ ਮੰਨੀਏ, ਤੇ ਸਟੈਂਡ ਬਦਲ ਕਿਵੇਂ ਗਿਆ। ਠੀਕ ਹੈ, ਚਲੋ ਆਪਾਂ ਜਵਾਬ ਲਈਏ। ਲਾਸਟ ਪੁਆਇੰਟ, ਮੇਰਾ ਲਾਸਟ ਪੁਆਇੰਟ ਹੈ, ਤੁਸੀਂ ਬਹੁਤ ਲੰਬਾ ਟਾਈਮ ਆਲਰੇਡੀ ਲੈ ਲਿਆ। ਲਾਸਟ ਪੁਆਇੰਟ ਹੀ ਹੈ ਗੌਰਵ ਜੀ, ਇਹ ਸਵਾਲ ਲਿਓ ਸੰਘੇੜਾ ਸਾਹਿਬ ਤੋਂ ਵੀ ਸਿਟ ਇਨਵੈਸਟੀਗੇਟ ਕਰ ਰਹੀ ਹੈ, ਸਿਟ ਦਾ ਕੇਸ ਹੈ, ਸਿਟ ਅਰੈਸਟ ਕਿਉਂ ਨਹੀਂ ਕਰਨ ਆਈ? ਤੇ ਜਦੋਂ ਮੀਡੀਆ ਬਰੀਫਿੰਗ ਦੀ ਵਾਰੀ ਆਈ ਗੌਰਵ ਜੀ, ਉਦੋਂ ਪੁਲਿਸ ਨੇ ਮੀਡੀਆ ਬਰੀਫਿੰਗ ਨਹੀਂ ਕੀਤੀ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਮੀਡੀਆ ਬਰੀਫਿੰਗ ਕੀਤੀ। ਇੱਥੋਂ ਇੱਕ ਚੀਜ਼ ਚਲੋ ਤੁਹਾਨੂੰ ਉਸ ਦੇ ਉੱਤੇ ਵੀ ਇਤਰਾਜ਼ ਹੈ, ਚਲੋ ਆਪਾਂ ਜਵਾਬ ਲੈ ਲੈਣਾ। ਬਹੁਤ ਸਾਰੇ ਤੁਹਾਡੇ ਇਕੱਠੇ ਹੋ ਗਏ ਨੇ ਪੁਆਇੰਟ, ਮੈਂ ਇੱਕ ਵਾਰੀ ਸਾਰਿਆਂ ਦਾ ਰੁਖ ਕਰ ਲਵਾਂ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਵਾਂਗਾ। ਸੰਘੇੜਾ ਸਾਹਿਬ, ਇਹ ਬਦਲਾਖੋਰੀ ਦੀ ਸਿਆਸਤ ਹੈ, ਇਹ ਕਾਂਗਰਸ ਦਾ ਇਲਜ਼ਾਮ ਹੈ ਆਮ ਆਦਮੀ ਪਾਰਟੀ ਦੇ ਉੱਤੇ। ਪੁਆਇੰਟ ਇਹ ਵੀ ਹੈ ਕਿ 2017 ਚ ਜਿਨ੍ਹਾਂ ਦੇ ਹੱਕ ਦੇ ਵਿੱਚ ਸੀ, ਅੱਜ ਕਿਉਂ ਉਹਨਾਂ ਦੇ ਖਿਲਾਫ ਇਸ ਤਰੀਕੇ ਦੇ, ਮੈਂ ਪਹਿਲਾਂ ਹੀ ਕਹਿ ਦਿੱਤਾ ਕਿ ਰਿਵਰਸ ਹੋ ਗਿਆ ਸਾਰਾ ਕੁਝ, ਜੋ ਹੱਕ ਦੇ ਵਿੱਚ ਸੀ ਉਹ ਅੱਜ ਖਿਲਾਫ ਨੇ, ਜੋ ਖਿਲਾਫ ਸੀ ਉਹ ਹੱਕ 'ਚ ਨੇ। ਗੌਰਵ ਜੀ, ਖੜਿਆਲ ਸਾਹਿਬ ਨਾ ਇਹਨੂੰ ਸੈਂਸੇਸ਼ਨਲ ਬਣਾ ਰਹੇ ਹੈ। ਜਿਹੜਾ ਕੇਸ ਹੈ ਇਹ ਬਿਲਕੁਲ ਡਰੱਗ ਤਸਕਰੀ ਦਾ ਕੇਸ ਹੈ ਔਰ ਅੰਤਰਰਾਸ਼ਟਰੀ ਡਰੱਗ ਤਸਕਰੀ ਦਾ ਕੇਸ ਹੈ। ਇਹਦੇ ਜਿਹੜੇ ਪਾਕਿਸਤਾਨ ਤੋਂ ਲੈ ਕੇ ਇਹਦੀਆਂ ਤਾਰਾਂ ਜਿਹੜੀਆਂ ਆ ਉਹ ਇੰਗਲੈਂਡ ਤੱਕ ਜੁੜੀਆਂ ਹੋਈਆਂ ਆ। ਮਨੀ ਲਾਂਡਰਿੰਗ ਵੀ ਇਹ 'ਚ ਇਨਵੋਲਡ ਹੈ, ਹੋਰ ਕਈ ਕੁਛ ਹੈ। ਸਫੀਸ਼ੀਐਂਟ ਐਵੀਡੈਂਸ ਹੈ, ਇਹ ਕੇਸ ਕਦੀ ਵੀ ਨਹੀਂ ਖਤਮ ਹੋਇਆ। ਖੜਿਆਲ ਸਾਹਿਬ ਝੂਠ ਬੋਲ ਰਹੇ ਨੇ ਕਿ ਕੇਸ ਸੁਪਰੀਮ ਕੋਰਟ ਨੇ ਖਤਮ ਕਰਤਾ। ਐਡਵੋਕੇਟ ਹੁੰਦੇ ਹੋਏ ਇਹਨਾਂ ਨੂੰ ਇੰਨਾ ਝੂਠ ਨਹੀਂ ਬੋਲਣਾ ਚਾਹੀਦਾ। ਨਹੀਂ, ਤੁਸੀਂ ਕਹਿੰਦਾ ਸਟੇ ਮੀਨਸ ਖਤਮ ਹੋ ਗਿਆ। ਹਾਂ, ਆਰਡਰ ਸਟੇ ਕੀਤਾ, ਇੱਕ ਸਿਰਫ ਸੰਮਨ ਜਿਹੜੇ ਸੀ ਉਹਨਾਂ ਤੇ ਸਟੇ ਆਰਡਰ ਕੀਤਾ ਆ, ਪੂਰੇ ਕੇਸ ਤੇ ਨਹੀਂ ਕੀਤਾ। ਮੈਂ ਇਹਨਾਂ ਦਾ ਝੂਠ ਇਸ ਗੱਲ ਤੋਂ ਹੀ ਸਾਬਤ ਕਰ ਦਿੰਦਾ ਆ। ਖਹਿਰਾ ਸਾਹਿਬ ਨੇ ਇੱਕ ਐਪਲੀਕੇਸ਼ਨ ਦਿੱਤੀ ਆ ਕਿ ਮੈਨੂੰ ਬਾਹਰ ਜਾਣ ਦੀ ਆਗਿਆ ਦਿੱਤੀ ਜਾਵੇ ਅਦਾਲਤ ਵਿੱਚ। ਉਹ ਕਿਹੜੇ ਕੇਸ 'ਚ ਦਿੱਤੀ ਆ ਖੜਿਆਲ ਸਾਹਿਬ? ਉਸ ਤੋਂ ਬਾਅਦ 2 ਵਾਰੀ ਅਦਾਲਤ ਨੇ ਇਹਨਾਂ ਨੂੰ ਸੱਦਿਆ ਕਿ ਦੱਸੋ ਤੁਸੀਂ ਇੱਕ ਤਾਂ ਵੀਜ਼ਾ ਦਿਖਾਓ ਇੰਨੀ ਤਰੀਕ ਤੱਕ, ਜਿਹੜਾ ਤੁਸੀਂ ਕਹਿੰਦੇ ਇੰਨੀ ਤੋਂ ਇੰਨੀ ਤੱਕ ਜਾਣਾ ਆ। ਨੰਬਰ 2 ਤੇ ਜਿਹੜੇ ਕਮਰੇ ਤੁਸੀਂ ਜਾਣਾ ਆ ਉਹਦੀ ਉੱਥੇ ਅਪਾਇੰਟਮੈਂਟ ਦਿਖਾ ਲਓ, ਡਾਕਟਰ ਦਾ ਨਾਂ ਕੀ ਆ, ਹੋਰ ਕੀ ਆ, ਇਨਫੋਰਮੇਸ਼ਨ ਅਦਾਲਤ ਨੇ ਮੰਗੀ, ਇਹਨਾਂ ਨੇ ਇਨਫੋਰਮੇਸ਼ਨ ਨਹੀਂ ਦਿੱਤੀ। ਇਹ ਐਵੇਂ ਹੀ ਹੁਣ ਕਹੀ ਜਾਣਾ ਜੀ ਕੇਸ ਖਤਮ ਹੋ ਗਿਆ, 8 ਸਾਲ ਪੁਰਾਣਾ ਕੇਸ ਹੋ ਗਿਆ, ਸਜ਼ਾ ਨਹੀਂ। ਮੈਂ ਬੋਲਿਆ ਨਾ, ਮੈਂ ਤੁਹਾਡੇ ਵਿੱਚ ਨਹੀਂ ਬੋਲਿਆ। ਮੈਂ ਰਿਕੁਐਸਟ ਇੱਕ ਵੀ ਕਨਵਿਕਸ਼ਨ ਹੋ ਗਈ ਆ ਕੋਈ ਗੱਲ ਨਹੀਂ ਹੈਗੀ ਖੜਿਆਲ ਸਾਹਿਬ। ਮੈਂ ਕਹਿੰਦਾ ਮੈਂ ਤੁਹਾਡੇ ਬਿਲਕੁਲ ਨਹੀਂ ਬੋਲਿਆ, ਜਿਹੜਾ ਇਹ ਕਹਿੰਦੇ ਸਜ਼ਾ ਹੋ ਗਈ, ਹੋਈ ਆ ਸਜ਼ਾ। 3 ਸਾਲ ਤੋਂ ਲੈ ਕੇ 20 ਸਾਲ ਤੱਕ ਸਜ਼ਾ ਹੋਈ ਆ। ਔਰ ਜਿਹੜੇ ਵਿਅਕਤੀ ਗੁਰਦੇਵ ਸਿੰਘ ਨਾਲ ਤੇ ਇੱਕ ਹੋਰ ਵਿਅਕਤੀ ਜਿਨ੍ਹਾਂ ਦੇ ਨਾਲ ਖਹਿਰਾ ਸਾਹਿਬ ਵੀ ਉਸ ਕੜੀ ਦੇ ਵਿੱਚ ਫਸਦੇ ਨੇ, ਉਹਨਾਂ ਨੂੰ ਵੀ 10-10 ਸਾਲ ਸਜ਼ਾ ਹੋਈ ਹੈ। ਔਰ ਹੋਇਆ ਕਿਸ ਤਰ੍ਹਾਂ ਹੈ ਕਿ ਜਦੋਂ ਕੇਸ ਕਨਕਲੂਜਨ ਤੇ ਆਉਣ ਲੱਗਾ, ਜੱਜ ਸਾਹਿਬ ਜੱਜਮੈਂਟ ਲਿਖ ਰਹੇ ਸੀਗੇ, ਗਵਾਹਾਂ ਨੇ ਵੀ ਇਹਨਾਂ ਦਾ ਨਾਮ ਲਿਆ, ਤਾਂ ਜੱਜ ਸਾਹਿਬ ਨੇ ਕਿਹਾ ਵੀ ਇੱਕ ਸੁਖਪਾਲ ਖਹਿਰਾ ਨਾਮ ਦੇ ਵਿਅਕਤੀ ਦਾ ਨਾਮ ਵਿੱਚ ਆ ਰਿਹਾ ਹੈ, ਬਾਰ-ਬਾਰ ਉਹ ਕੜੀ ਦੇ ਵਿੱਚ ਹਿੱਸਾ ਨੇ, ਉਹਨਾਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ? ਉਹਨਾਂ ਨੇ ਆਪਣੇ ਫੈਸਲੇ 'ਚ ਲਿਖਿਆ ਕਿ ਇਹਨਾਂ ਨੂੰ ਸੰਮਨ ਕਰਨਾ ਚਾਹੀਦਾ, ਟ੍ਰਾਇਲ ਕਰੋ ਇਹਨਾਂ ਦੇ। ਔਰ ਉਸ ਵੇਲੇ ਸਰਕਾਰ ਨੇ ਵੀ ਇੱਕ ਐਪਲੀਕੇਸ਼ਨ ਦਿੱਤੀ, ਕਾਂਗਰਸ ਸਰਕਾਰ ਨੇ। ਸੋ ਉਹ ਸੰਮਨ ਵਿਰੁੱਧ ਖਹਿਰਾ ਸਾਹਿਬ ਗਏ ਆ, ਪਹਿਲਾਂ ਹਾਈ ਕੋਰਟ ਗਏ ਆ, ਸੁਪਰੀਮ ਕੋਰਟ ਗਏ। ਰਹੀ ਗੱਲ ਕਹਿੰਦੇ ਕਿਹੜੇ ਬੇਸ ਦੇ ਉੱਤੇ ਗ੍ਰਿਫਤਾਰ ਕਰ ਲਿਆ ਹੁਣ, ਉਹ ਉਸੇ ਮੈਂ ਦੱਸਦਾ ਉਹਦੇ ਤੇ ਵੀ। ਰਹੀ ਗੱਲ ਜਿਹੜੀ ਖੜਿਆਲ ਸਾਹਿਬ ਨੇ ਪਹਿਲਾਂ ਬੜੀ ਵੀਡੀਓ ਚਲਾਈ ਹੈ ਤੇ ਕਈ ਦਿਨਾਂ ਦੀ ਡਿਸਕਸ ਹੋ ਰਹੀ ਆ। ਉਸ ਵੇਲੇ ਖਹਿਰਾ ਸਾਹਿਬ LOP ਸੀਗੇ, ਜੋ ਖਹਿਰਾ ਸਾਹਿਬ ਨੇ ਸਾਨੂੰ ਇਨਪੁਟ ਦਿੱਤੀ, ਸਾਡੇ ਰਿਸੋਰਸਿਸ ਉਹਨੇ ਨਹੀਂ ਸੀਗੇ, ਅਸੀਂ ਆਪੋਜੀਸ਼ਨ ਸੀਗੇ। ਖਹਿਰਾ ਸਾਹਿਬ ਨੇ ਜੋ ਇਨਪੁਟ ਦਿੱਤੀ ਤੇ ਨੈਚੁਰਲੀ ਅਸੀਂ ਟਰਸਟ ਕਰਨਾ ਸੀ, ਦੂਜੇ ਪਾਸਿਓਂ ਕੋਈ ਇਨਪੁਟ ਨਹੀਂ ਸੀਗੀ। ਅਸੀਂ ਇਸ ਕਰਕੇ ਉਹਨਾਂ ਤੇ ਯਕੀਨ ਕਰਕੇ ਉਹਨਾਂ ਦੀ ਸਪੋਰਟ ਕੀਤੀ, ਨਾਲ ਲੀਗਲ ਹੈਲਪ। ਤੁਸੀਂ ਨਸ਼ੇ ਦੇ ਖਿਲਾਫ ਵੱਡਾ ਐਕਸ਼ਨ ਮੰਨ ਰਹੇ ਹੋ ਇਸ ਨੂੰ? ਹਾਂ, ਉਦੋਂ ਉਸ ਤੋਂ ਬਾਅਦ ਜਦੋਂ ਹਾਈ ਕੋਰਟ 'ਚ ਗਏ, ਜਿੱਦਾਂ ਖਹਿਰਾ ਸਾਹਿਬ ਨੇ ਦੱਸਿਆ ਸੀ ਕਿ 2 ਮਿੰਟ ਦੀ ਗੱਲ ਹੈ, 2 ਮਿੰਟ ਦੀ ਗੱਲ ਹੈ, ਸਾਨੂੰ ਡੀਟੇਲ ਪਤਾ ਲੱਗਣ ਲੱਗੀਆਂ ਤੇ ਉਹ ਉਸ ਤਰ੍ਹਾਂ ਦੀ ਗੱਲ ਨਹੀਂ ਸੀਗੀ। ਸ਼ੱਕ ਪੈਦਾ ਹੋਣ ਲੱਗ ਗਿਆ। ਅਲਟੀਮੇਟਲੀ ਉਹਨਾਂ ਨੂੰ ਅਸੀਂ ਹੋਰ ਪੁੱਛ ਪੜਤਾਲ ਕੀਤੀ, ਉਹ ਸਾਨੂੰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਨਾਲ ਰਲ ਗਏ, ਕਿਉਂਕਿ ਉਹਨਾਂ ਨੇ ਕਹਿਤਾ ਅਸੀਂ ਕੋਈ ਗੱਲ ਨਹੀਂ, ਸਾਰਾ ਕੁਝ ਮਤਲਬ ਦੂਜੇ ਪਾਸੇ ਨੂੰ ਚੱਲ ਪਿਆ। ਉਹਦਾ ਕਾਰਨ ਇਹ ਸੀਗਾ ਉਸ ਵੇਲੇ ਜਿੰਨੀ ਇਨਪੁਟ ਸੀ ਉਹਦੇ ਬਾਰੇ ਦੱਸਿਆ ਗਿਆ। ਔਰ ਜਿਹੜੀ ਸਿੱਟ ਹੈ, ਸਿੱਟ ਦੀ ਵੀ ਕਨਵਰਸੇਸ਼ਨ ਲਿਖਾ ਪੜੀ ਅਦਾਲਤ ਦੇ ਨਾਲ ਚੱਲ ਰਹੀ ਹੈ, ਅਦਾਲਤ SIT ਨਾਲ ਕਨਵਰਸੇਸ਼ਨ ਕਰ ਰਹੀ ਹੈ। ਇਹ ਕਹਿੰਦੇ ਸਿੱਟ ਕਾਤੇ ਬਣਾਤੀ? ਕੋਈ 8 ਸਾਲ ਪੁਰਾਣਾ ਕੇਸ ਨਹੀਂ ਹੈ। ਇਹ ਕੇਸ ਪੁਰਾਣਾ ਏਦਾਂ ਨਹੀਂ ਹੁੰਦਾ, ਚਾਹੇ 15 ਸਾਲ ਚੱਲਦਾ ਰਹੇ। 20-20 ਸਾਲ ਦੇ ਕੇਸਾਂ 'ਚ ਜਿਹੜੇ ਪਹਿਲਾਂ ਕਿਤੇ ਝੂਠੇ ਪੁਲਿਸ ਮੁਕਾਬਲੇ ਹੋਏ ਜਾਂ ਹੋਰ ਹੋਏ ਆ, ਲੋਕਾਂ ਨੂੰ ਸਜ਼ਾ ਹੋਈ ਆ। ਜਦੋਂ ਕੇਸ ਇੱਕ ਵਾਰੀ ਸ਼ੁਰੂ ਹੋ ਜਾਂਦਾ ਹੈ ਨਾ, ਉਹ ਏਦਾਂ ਨਹੀਂ ਤੁਸੀਂ ਕਹਿ ਸਕਦੇ ਕਿ 8 ਸਾਲ ਬਾਅਦ ਚੱਕ ਲਿਆ, ਉਹ ਚੱਲੀ ਜਾਂਦਾ। ਉਹਦੇ 'ਚ ਡਿਲੇ ਹੋਈ ਆ, ਡਿਲੇ ਇੱਕ ਬੰਦਾ ਅਪੀਲ 'ਚ ਚੱਲ ਜਾਂਦਾ ਆ, ਉਹਦੇ ਨਾਲ ਡਿਲੇ ਹੁੰਦੀ ਰਹਿੰਦੀ। ਆਪਣੇ ਡਿਲੇ ਤਾਂ ਹੈਗਾ ਹੀ ਅਦਾਲਤੀ ਪ੍ਰੋਸੀਜਰ 'ਚ, ਨਹੀਂ ਏਦਾਂ ਉਂਗਲਾਂ ਸਾਰੇ ਤੋਂ ਇੱਕ ਵਾਰੀ ਜਵਾਬ ਦਿਓ। ਇਹਨਾਂ ਨੇ ਬਿਲਕੁਲ ਝੂਠ ਬੋਲਿਆ। ਇਹ ਕੇਸ ਜਿਹੜਾ ਡਰੱਗ ਤਸਕਰੀ ਦਾ ਕਲੀਅਰ ਕੱਟ ਕੇਸ ਹੈ, ਕੋਈ ਵੈਂਡੇਟਾ ਦੀ ਗੱਲ ਨਹੀਂ, ਕੋਈ ਹੋਰ ਗੱਲ ਨਹੀਂ ਹੈਗੀ। ਚਲੋ ਮੈਂ ਵਾਪਸ ਆਉਣਾ, ਅਦਾਲਤੀ ਟ੍ਰਾਇਲ ਹੋਣਾ ਆ, ਅਦਾਲਤੀ ਟ੍ਰਾਇਲ। ਨਾਲੇ ਖੜਿਆਲ ਸਾਹਿਬ ਵਕੀਲ ਨੇ, ਕਾਬਲ ਵਕੀਲ ਨੇ। ਸੁਪਰੀਮ ਕੋਰਟ ਕਦੀ ਕਿਸੇ ਨੂੰ ਕਲੀਨ ਚਿੱਟ ਨਹੀਂ ਦਿੰਦਾ। ਜਿਹੜੀ ਚੀਜ਼ ਦੀ ਟ੍ਰਾਇਲ ਹੀ ਨਹੀਂ ਹੋਏ, ਜੇ ਟ੍ਰਾਇਲ ਕੋਰਟ ਚੋਂ ਖਹਿਰਾ ਸਾਹਿਬ ਨੂੰ ਸਜ਼ਾ ਹੋਊਗੀ, ਫੇਰ ਸੁਪਰੀਮ ਕੋਰਟ ਜਾਣਗੇ ਨਾ, ਫੇਰ ਸੁਪਰੀਮ ਕੋਰਟ ਕਲੀਨ ਚਿੱਟ ਦੇ ਸਕਦਾ ਆ।
ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਕਦੀ ਵੀ ਇਨਕੁਆਇਰੀ ਕਰਨ ਤੋਂ ਕੋਈ ਵੀ ਅਦਾਲਤ ਨਹੀਂ ਰੋਕਦੀ। ਆਈਏਓ ਤੇ ਕਦੀ ਸਟੇ ਨਹੀਂ ਹੁੰਦਾ। ਰਾਦਰ ਇਹ ਕਿਹਾ ਗਿਆ ਕਿ ਪੁਲਿਸ ਇਨਕੁਆਇਰੀ ਕਰ ਸਕਦੀ ਹੈ ਕਿ ਜੇ ਡਰੱਗ ਦਾ ਪਰ ਸਿੰਗੜਾ ਸਾਹਿਬ ਤੁਸੀਂ ਆਪਣਾ ਪੁਆਇੰਟ ਰੱਖ ਲਿਆ, ਮੈਂ ਬਾਕੀ ਮਹਿਮਾਨਾਂ ਨੂੰ ਐਡ ਕਰ ਨਹੀਂ ਹੈ ਸਮਣ ਦਾ ਟਾਈਮ ਮੈਂ ਬਾਕੀ ਮਹਿਮਾਨਾਂ ਨੂੰ ਐਡ ਕਰ ਲਵਾਂ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਖੜਿਆਲ ਜੀ ਥੋੜਾ ਜਿਹਾ ਵੇਟ ਕਰਿਓ, ਇੱਕ ਵਾਰੀ ਸਭ ਨੂੰ ਐਡ ਕਰ ਲਵਾਂ। ਮੈਂ ਦੀਪਾ ਜੀ ਦਾ ਰੁਖ ਕਰਦਾ। ਦੀਪਾ ਜੀ, ਅਕਾਲੀ ਦਲ ਨੂੰ ਇਸ ਪੂਰੇ ਮਾਮਲੇ 'ਚ ਕੀ ਨਜ਼ਰ ਆ ਰਿਹਾ ਹੈ? ਬਿਕਰਮ ਮਜੀਠੀਆ ਨੂੰ ਵੀ ਅਸੀਂ ਸੁਣਿਆ, ਕਹਿੰਦੇ ਕਾਂਗਰਸ ਨੇ ਪਿਰਤ ਪਾਈ ਸੀ, ਅੱਜ ਘੁੰਮ ਕੇ ਗੱਲ ਉੱਥੇ ਆ ਕੇ ਖੜੀ ਹੈ ਕਿ ਕਾਂਗਰਸ ਦੇ ਨਾਲ ਅਕਾਲੀ ਦਲ ਖੜਾ ਹੈ ਜਾਂ ਬਿਕਰਮ ਮਜੀਠੀਆ ਤੱਕ ਉਹ ਸਟੇਟਮੈਂਟ ਸੀਮਿਤ ਹੈ? ਦੇਖੋ, ਅਸੀਂ ਖੜੇ ਤਾਂ ਕਿਸੇ ਨਾਲ ਨਹੀਂ, ਪਰ ਮੋਟੇ ਤੌਰ ਤੇ ਲੱਗ ਰਿਹਾ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਹੀ ਇਹ ਗ੍ਰਿਫਤਾਰੀ ਹੋਈ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਬੇਬਾਕ ਬੋਲਦਾ, ਆਪਦਾ ਵਿਚਾਰ ਰੱਖਦਾ, ਖੁੱਲ ਕੇ ਰੱਖਦਾ, ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ। ਤੁਹਾਡੇ ਖਿਲਾਫ ਵੀ ਬਹੁਤ ਬੋਲਦੇ ਆ। ਹਾਂ, ਸਾਡੇ ਖਿਲਾਫ ਵੀ ਬੋਲਦਾ, ਉਹ ਬੋਲਦਾ, ਉਹਨਾਂ ਦੀ ਆਪਦੀ ਇੱਕ ਸ਼ੈਲੀ ਹੈ। ਉਹ ਆਪਦੀ ਪਾਰਟੀ ਤੋਂ ਵੀ ਕਈ ਵਾਰੀ ਅੱਡ ਲਾਈਨ ਲੈ ਜਾਂਦੇ, ਉੱਥੇ ਵੀ ਗੱਲ ਕਰਾਂਗੇ। ਸੋ ਉਹ ਬੋਲਦੇ ਆ। ਔਰ ਪਿਛਲੇ ਦਿਨਾਂ 'ਚ ਮੈਂ ਜੋ ਸਮਝਦਾ ਕਿ ਕੀ ਕਾਰਨ ਹੋਇਆ ਕਿ ਹੁਣ ਹੀ ਕਿਉਂ ਇਹ ਗ੍ਰਿਫਤਾਰੀ ਹੋਈ। ਪਿਛਲੇ ਦਿਨਾਂ 'ਚ ਇਹਨਾਂ ਦੇ ਬਹੁਤ ਵੱਡੇ ਲੀਡਰ ਜਿਹੜੇ ਕਹਿੰਦੇ ਪੰਜਾਬ ਦੇ ਇੰਚਾਰਜ ਵੀ ਹੈ, MP ਵੀ ਹੈ, ਉਹਨਾਂ ਨੇ ਵਧਾਈ ਵੀ ਦਿੱਤੀ ਰਾਘਵ ਚੱਡਾ ਜੀ ਨੂੰ ਉਹਨਾਂ ਦੇ ਵਿਆਹ ਦੀ। ਨਾਲ ਕੁਝ ਸਵਾਲ ਵੀ ਉਠਾਏ ਕਿ ਉਹਨਾਂ ਦੀ ਜਿਹੜੀ ITR ਰਿਟਰਨ ਹੈ ਉਹਦੇ 'ਚ ਕੋਈ 2.5 ਲੱਖ ਰੁਪਏ ਦੀ ਰਿਟਰਨ ਹੈ ਤੇ 10 ਲੱਖ ਦਾ ਕਮਰੇ ਦੀ ਗੱਲ ਕੀਤੀ। ਨਾਲ ਉਹਨਾਂ ਨੇ ਇੰਨੇ ਖਰਚੇ ਦੀ ਗੱਲ ਕੀਤੀ। ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਵੇਂ, ਉਹ ਸਾਰਿਆਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਵੇਂ 850 ਕਿਲੋਮੀਟਰ ਦੂਰ ਉਦੈਪੁਰ ਜਾ ਰਹੀ ਹੈ ਇਹਨਾਂ ਗੈਸਟਾਂ ਦੀ ਸਿਕਿਉਰਿਟੀ ਲਈ ਜਾਂ ਹੋਰ ਸ਼ੋਸ਼ੇਬਾਜ਼ੀ ਲਈ। ਇਹ ਵੀ ਸਾਰੀਆਂ ਗੱਲਾਂ ਕੀਤੀਆਂ। ਹੋ ਸਕਦਾ ਹੈ ਕਿਉਂਕਿ ਵੱਡੇ ਲੀਡਰ ਹੈ, ਦਿੱਲੀ ਬੈਠੇ, ਉੱਥੋਂ ਇੱਕ ਇਸ਼ਾਰੇ ਦੀ ਗੱਲ ਹੈ ਕਿ ਬਹੁਤ ਬੋਲਦਾ, ਇਹਦੀ ਮੂੰਹ ਬੰਦ ਕਰੋ, ਸਾਨੂੰ ਚੰਗਾ ਨਹੀਂ ਲੱਗਦਾ। ਹੋ ਸਕਦਾ ਤੁਹਾਡੀ ਸਪੋਰਟ ਨਜ਼ਰ ਆ ਰਹੀ ਹੈ ਸੁਖਪਾਲ ਖਹਿਰਾ ਨੂੰ? ਨਹੀਂ, ਸਪੋਰਟ ਸਾਡੀ ਕੋਈ ਨਹੀਂ, ਸਪੋਰਟ ਨਹੀਂ, ਪਰ ਇੱਕ ਦੇਖੋ ਆਪਾਂ ਇੱਕ ਐਨਾਲਿਸਿਸ ਵੀ ਕਰਦੇ ਆ। ਇਹ ਨਹੀਂ ਗੱਲ ਕਿ ਬਿਲਕੁਲ ਆਪਾਂ ਕੋਈ ਹੁਣ ਉਸ ਤਰ੍ਹਾਂ ਲੈ ਲਾਂਗੇ। ਬਿਲਕੁਲ ਬਦਲਾਖੋਰੀ ਦੀ ਭਾਵਨਾ ਇਹਦੇ 'ਚ ਨਜ਼ਰ ਆ ਰਹੀ ਹੈ। ਇਹ ਆਪਾਂ ਇਸ ਕੇਸ ਦੇ ਵਿੱਚ ਨਹੀਂ, ਹੋਰ ਵੀ ਕੇਸਾਂ 'ਚ ਵੇਖਿਆ ਕਿ ਭਗਵੰਤ ਮਾਨ ਇਸ ਚੀਜ਼ ਦਾ ਦਿਲੋਂ ਰੱਖਦਾ ਹੈ। ਉਹ ਜਿਹੜੀ ਹੈ ਨਾ ਇੱਕ ਕਿਹੜੇ ਰੱਖਦਾ ਹੈ। ਮਨਪ੍ਰੀਤ ਬਾਦਲ ਵਾਲਾ ਵੀ ਕੇਸ ਹੈ। ਮੈਂ ਨਹੀਂ ਕਹਿੰਦਾ ਕਿ ਲੀਡਰਾਂ ਨੇ ਕਰਪਸ਼ਨ ਕੀਤੀ ਹੈ, ਕਾਂਗਰਸ ਵਾਲੇ ਬਹੁਤ ਲੁੱਟਿਆ ਪੰਜਾਬ ਨੂੰ। ਮੈਂ ਨਹੀਂ ਕਹਿੰਦਾ ਜਿੰਨੇ ਵੀ ਲੀਡਰ ਗਏ ਆ ਉਹਨਾਂ ਦੀ ਪਰਸੈਪਸ਼ਨ ਤਾਂ ਬਣੀ ਹੋਈ ਹੈ। ਉਸ ਤੋਂ ਵੀ ਅਗਲਾ ਇੱਕ ਸਟੈਪ ਹੈ ਨਾ, ਕਿਉਂਕਿ ਇਹ ਡਰਗ ਪੈਡਲਿੰਗ ਦੇ ਨਾਲ, ਤਸਕਰੀ ਦੇ ਨਾਲ ਜੁੜਿਆ ਕੇਸ ਹੈ। ਦੇਖੋ, ਇੰਨਾ ਪੁਰਾਣਾ ਕੇਸ ਹੈ। ਸੁਪਰੀਮ ਕੋਰਟ ਤੱਕ ਜਦੋਂ ਬੇਲਾਂ ਮਿਲ ਜਾਣ ਉਸ ਤੋਂ ਬਾਅਦ ਉਹਨੂੰ ਖੋਲ ਕੇ ਕਰਨਾ। ਔਰ ਸਿੱਟ ਜੇ ਬਣਾਈ ਹੈ, ਸਿੱਟ ਐਡੇ ਲੀਡਰ ਨੂੰ ਬੁਲਾ ਵੀ ਸਕਦੀ ਹੈ। ਹੋਰ ਵੀ ਸਿੱਟਾਂ ਬਣੀਆਂ ਬੜੇ ਕੇਸਾਂ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਬੁਲਾਇਆ ਉਹਨਾਂ ਨੇ, ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾਇਆ, ਹੋਰ ਵੀ ਇਹਨੂੰ ਬੁਲਾਉਂਦਾ। ਉਹਨਾਂ ਦਾ ਪੁੱਛੋ, ਫਿਰ ਕੁਝ ਕਰੋ। ਸਵੇਰੇ 6-6:30 ਵਜੇ ਪਰਿਵਾਰ ਦੇ ਵਿੱਚੋਂ ਬੰਦੇ ਨੂੰ ਚੱਕਣਾ, ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਕਿ ਇਹ ਬਦਲਾਖੋਰੀ ਦੀ ਹੈ, ਉਹਦਾ ਮੂੰਹ ਬੰਦ ਕਰਾਉਣ ਦੀ ਗੱਲ ਹੈ। ਪਰ ਮੈਂ ਨਹੀਂ ਸਮਝਦਾ ਸੁਖਪਾਲ ਸਿੰਘ ਖਹਿਰਾ ਆਪਦਾ ਮੂੰਹ ਬੰਦ ਕਰੇਗਾ। ਉਹ ਆਪਦੀ ਗੱਲ ਰੱਖਦਾ ਰਹੂਗਾ। ਇਹ ਮੈਂ ਸਮਝਦਾ। ਠੀਕ ਹੈ, ਜੈਬਾਨ ਜੀ ਦਾ ਮੈਂ ਇੱਕ ਵਾਰ ਰੁਕ ਕਰਦਾ। ਸਾਡੇ ਨਾਲ BJP ਤੋਂ ਜੁੜੇ ਹੋਏ ਨੇ। ਜੈਬਾਨ ਜੀ, ਕਿ BJP ਨੂੰ ਵੀ ਇਸ ਦੇ ਵਿੱਚ ਕੋਈ ਬਦਲਾਖੋਰੀ ਨਜ਼ਰ ਆ ਰਹੀ ਹੈ ਜਾਂ ਕੋਈ ਵੱਖਰਾ ਐਂਗਲ ਤੁਸੀਂ ਇਸ ਪੂਰੇ ਕੇਸ ਦੇ ਵਿੱਚ ਦੇਖ ਰਹੇ ਹੋ? ਇਨਫੈਕਟ ਮੈਂ ਸੁਨੀਲ ਜਾਖੜ ਜੀ ਦੀ ਸਟੇਟਮੈਂਟ ਅਸੀਂ ਪਹਿਲਾਂ ਸੁਣਾਈ ਵੀ ਹੈ, ਤੁਹਾਡੇ ਪੰਜਾਬ ਪ੍ਰਧਾਨ ਨੇ, ਉਹਨਾਂ ਨੂੰ ਕੁਝ ਵੱਖਰਾ ਨਜ਼ਰ ਆ ਰਿਹਾ ਹੈ ਇਸ ਪੂਰੇ ਕੇਸ ਦੇ ਵਿੱਚ। ਹਾਲਾਂਕਿ ਉਹ ਬੇਸ਼ੱਕ ਸਰਕਾਰ ਵਾਲੇ ਪਾਸੇ ਉਹਨਾਂ ਨੂੰ ਸਪੋਰਟ ਤਾਂ ਕੋਈ ਨਹੀਂ ਕਰ ਰਹੇ, ਪਰ ਦੂਜੇ ਪਾਸੇ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਜ਼ਰੂਰ ਲੈ ਰਹੇ ਨੇ। ਹਾਂਜੀ, ਥੈਂਕ ਯੂ ਗੌਰਵ ਜੀ। ਆਵਾਜ਼ ਆ ਰਹੀ ਹੈ? ਜੀ ਬਿਲਕੁਲ ਸਰ, ਤੁਹਾਡੀ ਆਵਾਜ਼ ਆ ਰਹੀ ਹੈ। ਓਕੇ, ਗੁੱਡ। ਅੱਜ ਥੋੜੀ ਆਵਾਜ਼ ਠੀਕ ਹੈ। ਦੇਖੋ ਗੌਰਵ ਜੀ, ਮੈਂ 2 ਦਿਨਾਂ ਦੇ ਵਿੱਚ ਮੇਰਾ ਖਿਆਲ ਕੋਈ 6ਵੀਂ ਜਾਂ 7ਵੀਂ ਡਿਬੇਟ ਤੇ ਬੈਠਿਆ ਜੀ, ਤੇ ਮੈਂ ਹਰ ਡਿਬੇਟ ਦੇ ਵਿੱਚ ਮੈਂ ਕੋਸ਼ਿਸ਼ ਕਰਨਾ ਕਿ ਅਸੀਂ ਆਪਣੇ ਆਪ ਨੂੰ ਫੋਕਸਡ ਰੱਖੀਏ ਪ੍ਰਾਈਮ ਗੱਲ ਦੇ ਉੱਤੇ, ਜੋ ਹੈ ਡਰੱਗਸ। ਠੀਕ ਹੈ, ਪਰ ਅੱਜ ਮੈਨੂੰ ਬੜੀ ਖੁਸ਼ੀ ਹੋਈ ਸੀ ਜਿੱਦਾਂ ਤੁਸੀਂ ਡਿਬੇਟ ਸ਼ੁਰੂ ਕੀਤੀ ਸੀਗੀ ਇਹ ਕਹਿ ਕੇ। ਮੈਂ ਸੋਚਿਆ ਕਿ ਅੱਜ ਦੀ ਡਿਬੇਟ ਜਿਹੜੀ ਉਹ ਡਰੱਗਸ ਦੇ ਉੱਤੇ ਹੋਏਗੀ, ਪਰ ਉਹਨੇ ਵੀ ਉਹ ਦੂਸਰਾ ਪਾਸਾ ਹੀ ਲੈ ਲਿਆ, ਪੋਲਿਟਿਕਸ ਦਾ ਪਾਸਾ ਲੈ ਲਿਆ ਜੀ। ਤੇ ਅੱਜ ਮੈਂ ਦੇਖਿਆ ਹੁਣ 23 ਮਿੰਟ ਹੋ ਗਏ ਤੁਹਾਡੀ ਡਿਬੇਟ ਦੇ ਵਿੱਚ, ਇੱਥੇ ਤੇ ਖੁੱਲ ਗਿਆ ਸੀਗਾ ਤੁਹਾਡੇ ਇੱਥੇ। ਇੱਕ ਪਾਸੇ ਪ੍ਰੋਸੀਕਿਊਟਰ ਬੈਠੇ ਸੰਗੇਰਾ ਸਾਹਿਬ, ਪਹਿਲੇ ਡਿਫੈਂਡੈਂਟ ਖੜਿਆਲ ਸਾਹਿਬ ਨੇ ਬੋਲਿਆ, ਫਿਰ ਸੰਗੇਰਾ ਸਾਹਿਬ ਨੇ ਬੋਲਿਆ ਐਜ਼ ਅ ਪ੍ਰੋਸੀਕਿਊਟਰ, ਤੇ 20-25 ਮਿੰਟ ਉਹਨਾਂ ਨੇ ਲੈ ਲਏ। ਤੇ ਗੌਰਵ ਜੀ, ਇਹ ਕੇਸ ਹੈਗਾ ਸਬ ਜੁਡਿਸ। ਮੇਰੇ ਹਿਸਾਬ ਦੇ ਨਾਲ ਸੁਖਪਾਲ ਖਹਿਰਾ is just one of the many people who has been caught by the police and produced before the court. ਕੋਰਟ ਨੇ 2 ਦਿਨ ਦੀ ਰਿਮਾਂਡ ਦੇ ਦਿੱਤੀ ਹੈ ਤੇ ਇਹ ਡਰੱਗਸ ਦਾ ਕੇਸ ਚੱਲ ਰਿਹਾ ਹੈ। ਤੇ ਮੇਰੇ ਹਿਸਾਬ ਦੇ ਨਾਲ ਜੋ ਸਾਡੀ BJP ਦੀ ਪਾਲਿਸੀ ਹੈ, ਜ਼ੀਰੋ ਟੋਲਰੈਂਸ ਫॉर ਕ੍ਰਿਮੀਨੈਲਿਟੀ, ਜ਼ੀਰੋ ਟੋਲਰੈਂਸ ਫॉर ਡਰੱਗਸ, ਮੇਰੇ ਹਿਸਾਬ ਦੇ ਨਾਲ ਇਸ ਕੇਸ ਨੂੰ ਆਪਣੀ ਲੌਜੀਕਲ ਕੰਕਲੂਜਨ ਦੇ ਵੱਲ ਜਾਣ ਦੇਣਾ ਚਾਹੀਦਾ ਹੈ। ਮੈਂ ਨਹੀਂ ਸਮਝਦਾ ਵਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਪੂਰੀ ਦੀ ਪੂਰੀ ਪੁਲਿਸ ਫੋਰਸ ਨੂੰ ਵੀ ਖਰੀਦ ਸਕਦੀ ਹੈ, ਸਾਰੇ ਜੱਜਿਸ ਨੂੰ। ਅਗਰ ਖਹਿਰਾ ਸਾਹਿਬ ਨੂੰ ਉੱਥੇ 2 ਦਿਨ ਦੀ ਪੁਲਿਸ ਰਿਮਾਂਡ ਦਿੱਤੀ ਹੈ,
ਕੁਛ ਨਾ ਕੁਛ ਤੇ ਇਹਦੇ ਵਿੱਚ ਹੋਏਗਾ। ਪਰ ਮੇਰੇ ਇਹਦੇ ਇਲਾਵਾ ਮੇਰੇ ਹੋਰ ਵੀ 3-4 ਪੁਆਇੰਟ ਹੈਗੇ ਨੇ ਜਿਹੜੇ ਬਹੁਤ ਜ਼ਰੂਰੀ ਨੇ ਜੀ। ਇੱਕ ਸਭ ਤੋਂ ਇੰਪੋਰਟੈਂਟ ਪੁਆਇੰਟ ਗੌਰਵ ਜੀ ਮੈਂ ਤੁਹਾਡੇ ਇੱਥੋਂ ਕਹਿਣਾ ਚਾਹਨਾ ਕਿ ਜੋ ਖੜਿਆਲ ਸਾਹਿਬ ਕਹਿ ਰਹੇ ਸੀ, ਮੈਂ ਵਕੀਲ ਤੇ ਨਹੀਂ ਆ, ਪਰ ਅਗਰ ਜੋ ਉਹ ਕਹਿ ਰਹੇ ਸੀ ਉਹ ਸੱਚ ਹੈ ਤੇ ਸੁਖਪਾਲ ਖਹਿਰਾ ਦੇ ਅਗੇਂਸਟ ਕੋਈ ਕੇਸ ਨਹੀਂ ਹੈ, ਤੇ ਮੈਂ ਇਹ ਸੋਚਣਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਇਨਜਸਟਿਸ ਕਰ ਦਿੱਤੀ ਹੈ ਇਸ ਤਰੀਕੇ ਦੇ ਨਾਲ ਕੁਝ ਕਰਕੇ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਡਰੱਗਸ ਦੇ ਮਾਮਲੇ ਵਿੱਚ ਬੇਸ਼ੱਕ ਨਾ ਸੀਰੀਅਸ ਹੋਏ, ਪੰਜਾਬ ਦੇ ਲੋਕ ਡਰੱਗਸ ਦੇ ਵਾਸਤੇ ਬਹੁਤ ਸੀਰੀਅਸ ਨੇ, ਤੇ ਇਸ ਤਰੀਕੇ ਨਾਲ ਇੱਕ ਪਰਸਨਲ ਵੈਂਡੇਟਾ ਅਗਰ ਹੋਏ ਤੇ ਮੈਨੂੰ ਪਤਾ ਨਹੀਂ, ਆਈ ਐਮ ਨਾਟ ਕੰਸਰਨ, ਅਗਰ ਇਹ ਪਰਸਨਲ ਵੈਂਡੇਟਾ ਨਿਕਲ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਦੀ ਵੀ ਇਸ ਗੱਲ ਦੇ ਵਾਸਤੇ ਮਾਫ ਕਰਨਗੇ। ਇਹ ਇੱਕ ਸੈਕਰੀਲੇਜ ਦੇ ਵਰਗਾ ਹੀ ਕੇਸ ਹੋ ਜਾਏਗਾ ਜਿਹਦੇ ਵਿੱਚ ਤੁਸੀਂ ਲੋਕਾਂ ਦੀਆਂ ਭਾਵਨਾ ਦੇ ਨਾਲ ਖੇਡ ਰਹੇ ਹੋ, ਤੁਸੀਂ ਇਹ ਡਰੱਗਸ ਦੇ ਇੰਪੋਰਟੈਂਟ ਇਸ਼ੂ ਦੇ ਉੱਤੇ ਪੋਲਿਟਿਕਸ ਕਰ ਰਹੇ ਹੋ ਜੀ। ਹੁਣ ਤੁਸੀਂ ਕਾਫੀ ਟਾਈਮ ਲੋਕਾਂ ਨੂੰ ਦਿੱਤਾ ਸੀਗਾ ਤੇ ਮੇਰੇ ਤੇ 2-3 ਬੜੇ ਨਾਰਮਲ ਜਿਹੇ ਸਵਾਲ ਨੇ ਕਿ ਇਹ ਡਿਲੇ ਕਿਉਂ ਕੀਤਾ। ਦੂਸਰੀ ਗੱਲ, ਇਹ ਸੁਖਪਾਲ ਖਹਿਰਾ ਦੇ ਉੱਤੇ ਉਦੋਂ ਵੀ ਕੇਸ ਚੱਲ ਰਿਹਾ ਸੀਗਾ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਇੰਡਕਟ ਹੋਇਆ ਸੀਗਾ, ਇਹਨਾਂ ਨੇ ਕ੍ਰਿਮੀਨਲ ਨੂੰ ਇੰਡਕਟ ਕਿਉਂ ਕੀਤਾ। ਇਹ ਦੂਸਰੀ ਗੱਲ ਹੈ ਕਿ ਇਸ ਵੇਲੇ ਇਹਨਾਂ ਦੇ 92 ਬੰਦਿਆਂ ਦੇ ਵਿੱਚੋਂ 50+ ਬੰਦੇ ਐਸੇ ਨੇ ਜਿਨ੍ਹਾਂ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਦੇ, ਤੇ ਫਿਰ ਇਹ ਕੱਟੜ ਇਮਾਨਦਾਰ ਕਿੱਦਾਂ ਹੋਏ। ਤੇ ਦੂਸਰੀ ਹੁਣ ਜਿਹੜੀ ਗੱਲ ਅੱਜ ਖੜੀ ਹੁੰਦੀ ਹੈ ਪੋਲੀਟੀਕਲੀ, ਉਹ ਇਹ ਹੈ ਕਿ ਇਹ ਕੱਟੜ ਇਮਾਨਦਾਰ ਪਾਰਟੀ ਐਸੀ ਕਿਸੇ ਗਵਰਨਮੈਂਟ ਦੇ ਨਾਲ, ਐਸੀ ਕਿਸੇ ਪਾਰਟੀ ਦੇ ਨਾਲ ਗਠਬੰਧਨ ਕਰੇਗੀ, ਉਹ ਜਿਹੜਾ ਥੋੜੀ ਇੰਡੀ ਹੈ ਗਠਬੰਧਨ ਹੈ ਜਿਹਦੇ ਵਿੱਚ ਕਿ ਨੋਨ ਕਰਪਟ ਐਲੀਮੈਂਟਸ ਬੈਠੇ ਹੋਏ ਨੇ, ਤੇ ਜਿਨ੍ਹਾਂ ਦੀ ਕਰਪਸ਼ਨ ਦੇ ਬਾਰੇ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਸਵੇਰੇ ਸ਼ਾਮ ਦੁਪਹਿਰ ਬੋਲਦੇ ਰਹੇ। ਉਹਨਾਂ ਦੇ ਅੰਸ਼ੂ ਨੂੰ ਫੜਿਆ, ਕੁਝ ਨਹੀਂ ਕਰ ਸਕੇ, ਕੋਟ ਨੂੰ ਫੜਿਆ, ਹੁਣ ਖੇਰਾ ਨੂੰ ਫੜ ਲਿਆ, ਅਸੀਂ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ। ਤੇ ਵੀ ਤੁਸੀਂ ਅਗਰ ਕਰਪਸ਼ਨ ਦੇ ਨਾਲ ਖਿਲਾਫ ਲੜ ਰਹੇ ਹੋ ਤੇ ਫਿਰ ਤੁਸੀਂ ਉਸ ਪਾਰਟੀ ਦੇ ਨਾਲ ਗਠਬੰਧਨ ਕਿਉਂ ਕਰ ਰਹੇ ਹੋ। ਸੋ ਬੇਸਿਕਲੀ ਗੱਲ ਇਹ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਇੱਕ ਆਈਡੀਓਲੋਜੀਕਲੀ ਵੀਕ ਪਾਰਟੀ ਹੈ, ਇਹ ਓਪਰਚੁਨਿਸਟ ਹੈ, ਮੌਕਾ ਪ੍ਰਸਤ ਹੈ, ਇਹਨਾਂ ਨੂੰ ਇਹ ਪਤਾ ਨਹੀਂ ਕੀ ਕਰਨਾ ਹੈ। ਇਹਨਾਂ ਦੀ ਜਿਹੜੀ ਅੰਬੀਸ਼ਨ ਹੈ ਨਾ, ਉਸ ਅੰਬੀਸ਼ਨ ਨੇ ਇਹਨਾਂ ਨੂੰ ਬਲਾਈਂਡ ਕੀਤਾ ਹੋਇਆ ਹੈ। ਇਹ ਕਹਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ, ਤੁਸੀਂ ਬੜੇ ਸਟਰੋਂਗ ਵਰਡ ਯੂਜ਼ ਕੀਤੇ ਨੇ, ਕਾਂਗਰਸ ਸਪੈਸੀਫਿਕ ਕਰ ਦਿਓ, ਕਾਂਗਰਸ ਲਈ ਹੈ ਜਾਂ ਆਮ ਆਦਮੀ ਪਾਰਟੀ ਦੇ ਲਈ ਨੇ? ਦੋਨਾਂ ਲਈ ਹੈ ਜੀ, ਇਲੈਕਸ਼ਨ ਆ ਰਹੀ ਹੈ ਨਾ। ਨਹੀਂ ਠੀਕ ਹੈ, ਹੋਰ ਸਪੈਸੀਫਿਕ ਜੈਬਾਂ ਜੀ ਆਵਾਜ਼ ਆ ਰਹੀ ਹੋਏਗੀ ਮੇਰੀ? ਹਾਂਜੀ ਆ ਰਹੀ ਹੈ ਜੀ। ਜੀ ਬਿਲਕੁਲ, ਤੁਸੀਂ ਮੈਂ ਕਿਹਾ ਬੜੇ ਸਟਰੋਂਗ ਵਰਡ ਯੂਜ਼ ਕੀਤੇ ਨੇ ਪੋਲੀਟੀਕਲ ਪਾਰਟੀ ਦੇ ਲਈ। ਇਹ ਆਮ ਆਦਮੀ ਪਾਰਟੀ ਲਈ ਹੈ ਜਾਂ ਕਾਂਗਰਸ ਲਈ ਹੈ? ਕਿਉਂਕਿ ਗਠਜੋੜ ਦੇ ਵਿੱਚ ਤਾਂ ਦੋਵੇਂ ਨੇ ਜੀ। ਤੇ ਜੋ ਮੈਂ ਵਰਡਸ ਕਹੇ ਨੇ ਉਹਨਾਂ ਦੇ ਉੱਤੇ ਮੈਂ ਪੂਰਾ ਸਟੈਂਡ ਕਰਨਾ ਗੌਰਵ ਜੀ। ਅਗਰ ਇਹ ਉਹਨਾਂ ਨੂੰ ਰਿਫਿਊਟ ਕਰ ਸਕਦੇ ਨੇ ਕਿਸੇ ਵੀ ਫੋਰਮ ਦੇ ਵਿੱਚ ਤੇ ਜ਼ਰੂਰ ਕਰਨ। ਆਈ ਵਿਲ ਬੀ ਵੈਰੀ ਗਲੈਡ ਟੂ ਹੀਅਰ ਦੈਮ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਆਪਣੇ ਆਪਣੇ ਟਾਈਮ 'ਚ ਜ਼ਰੂਰ ਗੱਲ ਰੱਖਦੇ ਰਹੋ, ਥੋੜਾ ਜਵਾਬ ਛੋਟਾ ਰੱਖਿਓ। ਖੜਿਆਲ ਸਾਹਿਬ ਪਹਿਲਾਂ ਤੁਸੀਂ। ਗੌਰਵ ਜੀ, ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ, ਅਸਲ ਮੁਲਜ਼ਮਾਂ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ, ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਸਾਰੇ ਮੁਲਜ਼ਮ ਅਰੈਸਟ ਨਹੀਂ ਹੋ ਰਹੇ। ਸਾਰਾ ਜ਼ੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪੋਜੀਸ਼ਨ ਦੇ ਉੱਤੇ ਲਾ ਰੱਖਿਆ ਵੀ ਪੋਲੀਟੀਕਲ ਵੈਂਡੇਟਾ ਕਰ ਲਈ ਅਸੀਂ। ਦੂਜੀ ਗੱਲ, ਮੈਂ ਇਹਨਾਂ ਨੂੰ ਪੁੱਛੂੰਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂ ਲੱਗਦਾ ਹੈ ਵੀ ਵੈਂਡੇਟਾ ਕਰਕੇ ਇੱਕ ਆਪੋਜੀਸ਼ਨ ਪਾਰਟੀ ਦੇ ਲੀਡਰ ਤੇ ਕੇਸ ਦਰਜ ਕਰਕੇ ਤੁਸੀਂ ਉਹਨੂੰ ਐਜ਼ ਸਬਸਟੀਟਿਊਟ ਪ੍ਰੈਜ਼ੈਂਟ ਕਰ ਦੋਗੇ ਫॉर ਵਰਕ। ਗੌਰਵ ਜੀ, ਇਹਨਾਂ ਦੇ ਫੇਲਿਅਰ ਹੈ, ਇੱਕ ਤੋਂ ਬਾਅਦ ਇੱਕ ਫੇਲਿਅਰ, ਇੱਕ ਤੋਂ ਬਾਅਦ ਇੱਕ ਬਲੰਡਰ, ਵਾਦਾ ਕੋਈ ਡਿਲੀਵਰ ਹੋਇਆ ਨਹੀਂ, ਤੇ ਤਾਂ ਕਰਕੇ ਨਾ ਇਹ ਜਾਂ ਐਕਸ਼ਨ ਇਨੀਸ਼ੀਏਟ ਕਰਕੇ ਉਹ ਕਹਿੰਦੇ ਕਿ ਨਸ਼ੇ ਦੇ ਖਿਲਾਫ ਐਕਸ਼ਨ ਹੈ। ਹੁਣ ਮੈਂ ਨਸ਼ੇ ਤੇ ਆਉਣਾ ਹੈ ਕਿ ਇਹ ਜੇ ਐਕਸ਼ਨ ਕਹਿੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਖਿਲਾਫ ਹੈ, ਇਹਨਾਂ ਨੂੰ ਪੁੱਛੋ ਵੀ ਐਨਸੀਆਰਬੀ ਦੀ ਰਿਪੋਰਟ ਕਿਉਂ ਕਹਿੰਦੀ ਹੈ ਐਨਡੀਪੀਐਸ ਰਿਲੇਟਡ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਹੋਇਆ? ਕਿਉਂ 3 ਸੀਲਡ ਰਿਪੋਰਟਾਂ ਖੁੱਲਣ ਦੇ ਬਾਵਜੂਦ ਸਾਰੇ ਮੁਲਜ਼ਮਾਂ ਖਿਲਾਫ ਐਕਸ਼ਨ ਨਹੀਂ ਹੋਇਆ? ਕਿਉਂ ਗਵਰਨਰ ਸਾਹਿਬ ਤਾਂ 4 ਵਾਰੀ ਜਾਏ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜਾਇਜ਼ਾ ਲੈ ਕੇ ਐਕਸ਼ਨ ਆਰਡਰ ਕਰਦਾ ਨਸ਼ੇ ਦੇ ਮੁੱਦੇ ਤੇ? ਸੀਐਮ ਭਗਵੰਤ ਮਾਨ ਸਾਹਿਬ ਇੱਕ ਵਾਰੀ ਵੀ ਬੀਜੇਪੀ ਦੇ ਤਰਕ ਨਾਲ ਇਤਫਾਕ ਨਹੀਂ ਰੱਖਦੇ, ਕਹਿੰਦੇ ਕੋਰਟ ਦੇ ਵਿੱਚ ਗਿਆ, 2 ਦਿਨ ਦਾ ਰਿਮਾਂਡ ਕੋਰਟ ਦੇ ਵੱਲੋਂ ਦਿੱਤਾ ਗਿਆ, ਤਾਂ ਕਹਿੰਦੇ ਕਿ ਅੱਗੇ ਜਿਹੜੀਆਂ ਪ੍ਰੋਸੀਡਿੰਗਸ ਹੈ ਹੋ ਲੈਣ ਤੋਂ ਪਤਾ ਲੱਗ ਜਾਏਗਾ ਕਿ ਆਖਿਰ ਕੀ ਹੈ। ਮੈਂ ਦੱਸਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੀਕ ਕੇਸ ਹੈ ਜਾਂ ਫਿਰ ਕੇਸ ਹੈ ਹੀ ਨਹੀਂ, ਤਾਂ ਫਿਰ ਅਦਾਲਤ ਤਾਂ ਉਸ ਨੂੰ ਡਿਸਮਿਸ ਵੀ ਕਰ ਸਕਦੀ ਹੈ ਕਿ ਨਹੀਂ ਕੋਈ ਕੇਸ ਨਹੀਂ ਹੈ, ਛੱਡ ਦਿਓ ਇਹਨਾਂ ਨੂੰ। ਬਿਲਕੁਲ ਹੋਊਗਾ ਵੀ, ਤੁਸੀਂ ਦੇਖੋਗੇ ਵੀ ਪਹਿਲਾਂ ਤੇਜਿੰਦਰ ਬੱਗਾ ਦੇ ਕੇਸ 'ਚ ਕੁਛ ਹੋਇਆ, ਉਹ ਤੋਂ ਬਾਅਦ ਕੁਮਾਰ ਵਿਸ਼ਵਾਸ ਦੇ ਕੇਸ ਦੇ ਵਿੱਚ ਐਨਡੀਪੀਐਸ ਹੈ ਸਰ, ਐਨਡੀਪੀਐਸ ਸਰ ਮੈਂ ਉਹ ਤੇ ਆ ਰਿਹਾ ਸਰ, ਹਰੇਕ ਗੱਲ ਤੇ ਆਉਂਗਾ ਮੈਂ
ਕਿ 2 ਪਰਚੇ ਆਲਰੇਡੀ ਆਨਰੇਬਲ ਹਾਈ ਕੋਰਟ ਨੇ ਕੁਐਸ਼ ਕਰਤੇ ਜਿਹੜੇ ਪੋਲੀਟੀਕਲ ਵੈਂਡੇਟਾ ਦੇ ਤਹਿਤ ਕੀਤੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਜਿੱਥੋਂ ਤੱਕ ਨਸ਼ੇ ਦਾ ਮਸਲਾ ਹੈ, ਮੈਂ ਇਹਨਾਂ ਨੂੰ ਪੁੱਛਿਆ ਗਰਾਊਂਡ ਆਫ ਅਰੈਸਟ, ਕੋਈ ਜਵਾਬ ਨਹੀਂ। ਮੈਂ ਪੁੱਛਿਆ ਐਵੀਡੈਂਸ ਕੀ ਹੈ ਜਿਹਦੇ ਬੇਸਿਸ ਤੇ ਅਰੈਸਟ ਕੀਤਾ ਹੈ, ਕੋਈ ਜਵਾਬ ਨਹੀਂ। ਮੈਂ ਪੁੱਛਿਆ ਪ੍ਰੋਸੀਜਰ ਸਹੀ ਫੋਲੋ ਹੋਇਆ, ਇੱਕ ਉੱਥੇ ਪੁਲਿਸ ਵਾਲੇ ਸਿਵਲ ਦੇ ਵਿੱਚ ਸੀਗੇ ਔਨ ਡਿਊਟੀ, ਇਜ਼ ਇਟ ਪੋਸੀਬਲ? ਤੇ ਜਿਹੜੀ ਇਤਲਾਹ ਦੇਣੀ ਹੁੰਦੀ ਹੈ ਕੰਸਰਨਡ ਪੁਲਿਸ ਸਟੇਸ਼ਨ ਨੂੰ ਕੀ ਦਿੱਤੀ ਹੈ, ਕਿਉਂਕਿ ਬਾਹਰੋਂ ਆਇਆ ਯੂਟੀ ਦੇ ਵਿੱਚ, ਉਹ ਵੀ ਨਹੀਂ ਪ੍ਰੋਸੀਜਰ ਫੋਲੋ ਹੋਇਆ। ਅਗਲੀ ਗੱਲ ਗੌਰਵ ਜੀ, ਜ਼ਰੂਰੀ ਗੱਲ ਇਹ ਹੈ ਕਿ ਜੇ ਵਾਕਈ ਐਕਸ਼ਨ ਕਰਨਾ ਹੁੰਦਾ ਨਾ ਨਸ਼ੇ ਦੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਇੰਨੇ ਇਨਸੀਡੈਂਟਸ ਨਾ ਹੁੰਦੇ, ਨਾਲੇ ਤਾਂ ਡਰੱਗ ਦੇ ਨਾਲੇ ਲਾਅ ਐਂਡ ਆਰਡਰ ਦੇ। ਤੀਜਾ ਜਵਾਬ ਰੱਖਿਓ ਸਰ, ਜ਼ਰੂਰੀ ਪੁਆਇੰਟ ਹੈ ਮੇਰਾ, ਜਿਹੜੀ ਪੁਲਿਸ ਐਕਸੈਸਿਸ ਹੈ, ਦੇਖੋ ਪੁਲਿਸ ਐਕਸੈਸਿਸ ਇੰਨੀਆਂ ਵੱਧ ਗਈਆਂ। ਪਹਿਲਾਂ ਵਕੀਲ ਦੇ ਨਾਲ ਹੋਇਆ ਧੱਕਾ, ਉਦੋਂ ਪਹਿਲਾਂ ਕਿਸਾਨਾਂ ਦੇ ਨਾਲ ਹੋਇਆ ਸੀਗਾ, ਉਦੋਂ ਪਹਿਲਾਂ ਟੀਚਰਾਂ ਦੇ ਨਾਲ ਹੋਇਆ ਸੀਗਾ, ਹੁਣ ਆਪੋਜੀਸ਼ਨ ਦੇ ਲੀਡਰ ਦੇ ਨਾਲ ਹੋ ਰਿਹਾ ਤੇ ਅਗਲੀ ਵਾਰੀ ਕਿਸੇ ਹੋਰ ਦੀ ਵੀ ਹੋ ਸਕਦੀ ਹੈ। ਸੋ ਸਾਰੀ ਆਪੋਜੀਸ਼ਨ ਨੂੰ ਇਹਦੇ ਖਿਲਾਫ ਇੱਕਜੁੱਟ ਹੋ ਕੇ ਦਾ ਵਿਰੋਧ ਕਰਨਾ ਚਾਹੀਦਾ। ਤੇ ਮੈਂ ਗੌਰਵ ਜੀ ਇਹਨਾਂ ਨੂੰ ਇੱਕ ਗੱਲ ਕਹੂੰਗਾ, ਤੁਹਾਨੂੰ ਬੀਜੇਪੀ ਦਾ ਲੱਗ ਨਹੀਂ ਰਿਹਾ ਫਿਲਹਾਲ ਕੋਈ ਸਾਥ ਹੈ? ਦੇਖੋ ਗੱਲ ਇਨਫੈਕਟ ਜਾਖੜ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਤੁਹਾਡੇ ਪਾਰਟੀ ਦੇ ਅੰਦਰ ਕੁਝ ਲੋਕਾਂ ਨੇ ਜਸ਼ਨ ਮਨਾਇਆ ਖਹਿਰੇ ਦੇ ਖਿਲਾਫ ਐਕਸ਼ਨ ਹੋਣ ਤੋਂ ਬਾਅਦ। ਦੇਖੋ ਜਾਖੜ ਸਾਹਿਬ ਆਪਦੀ ਪਾਰਟੀ ਦਾ ਕਾਈਂਡਲੀ ਦੇਖ ਲੈਣ, ਉਹ ਤਾਂ ਦੋ ਜੁੱਟ ਹੋਈ ਪਈ ਹੈ, ਉੱਥੇ ਪਾੜ ਪਿਆ ਹੋਇਆ ਹੈ। ਤੇ ਜਿਹੜੇ ਬੀਜੇਪੀ ਦੇ ਲੀਡਰਸ ਆ ਪੁਰਾਣੇ ਟਕਸਾਲੀ, ਉਹਨਾਂ ਦੀ ਮਤ ਨਹੀਂ ਰਲ ਰਹੀ ਹੈ ਨਵੇਂ ਲੀਡਰਸ ਦੇ ਨਾਲ, ਕਿਉਂਕਿ ਚਾਰ ਵਾਈਸ ਪ੍ਰੈਜ਼ੀਡੈਂਟ ਫਾਰਮਰ ਕਾਂਗਰਸ ਪ੍ਰਧਾਨ, ਫਾਰਮਰ ਕਾਂਗਰਸ ਤੇ ਹੋਰ ਕਿੰਨੇ ਲੀਡਰਸ। ਆਪਾਂ ਹੋਰ ਪਾਸੇ ਨਾ ਚਲੇ ਜਾਈਏ, ਮੈਂ ਉਹੀ ਕਹਿ ਰਿਹਾ। ਜਵਾਬ ਹੈ ਕਿਉਂਕਿ ਤੁਸੀਂ ਜਾਖੜ ਸਾਹਿਬ ਨੂੰ ਲੈ ਕੇ ਆਏ, ਮੈਂ ਇਹਨਾਂ ਨੂੰ ਇੱਕ ਚੀਜ਼ ਪੁੱਛਣੀ ਹੈ ਵੀ ਜਦੋਂ ਆਪਣਾ ਸਿਟ ਇਨਵੈਸਟੀਗੇਟ ਕਰ ਰਹੀ ਹੈ ਤੇ ਮੀਡੀਆ ਬਰੀਫਿੰਗ ਤਾਂ ਪੁਲਿਸ ਦਾ ਡੋਮੇਨ ਹੈ, ਆਮ ਆਦਮੀ ਪਾਰਟੀ ਦੇ ਬੁਲਾਰੇ ਉਹਨੂੰ ਕਿਵੇਂ ਕਰ ਰਹੇ? ਤੇ ਇਹਨਾਂ ਨੇ ਗੱਲ ਕਹੀ ਕਿ ਟ੍ਰਾਇਲ ਜਿਹੜਾ ਹੈਗਾ ਨਾ ਉਹ ਜੀ ਖਤਮ ਨਹੀਂ ਹੋਇਆ ਸੀਗਾ, ਠੀਕ ਹੈ, ਚਲੋ ਮੈਨੂੰ ਜਵਾਬ ਲੈਣ ਤੋਂ, ਮੇਰੇ ਹੱਥ ਦੇ ਵਿੱਚ ਕੁਝ ਇਨਫੈਕਟ ਅਸੀਂ ਗ੍ਰਾਫਿਕਸ ਦੇ ਜ਼ਰੀਏ ਵੀ ਦਿਖਾ ਰਹੇ, ਮੈਂ ਉਸ ਦੇ ਉੱਪਰ ਵੀ ਜਵਾਬ ਲੈਣਾ। ਜਦੋਂ ਗੌਰਵ ਜੀ ਕਨਵਿਕਸ਼ਨ ਹੋਗੀ, ਖਤਮ ਨਹੀਂ ਹੋਗਾ ਕੇਸ until and unless there is no appeal in it, case is done and dusted way। ਨਹੀਂ, ਤਰਕ ਇਹ ਵੀ ਹੈ ਨਾ ਖੜਿਆਲ ਸਾਹਿਬ, ਤਰਕ ਇਹ ਹੈ ਕਿ ਉਸ ਜਜਮੈਂਟ ਦੇ ਵਿੱਚ ਜਾਂ ਅਦਾਲਤ ਨੇ ਕਿਹਾ ਕਿ ਤੁਸੀਂ ਅੱਗੇ ਫਰਦਰ ਜਾਂਚ ਕਰ ਸਕਦੇ ਹੋ। ਮੈਂ ਦੱਸਦਾ ਇੱਕ ਪੂਰਾ ਜਿਹੜਾ ਪੈਰਾਗ੍ਰਾਫ ਹੈ ਉਸ ਦਾ, ਉਹ ਵੀ ਵਾਇਰਲ ਹੁੰਦਾ ਹੋਇਆ ਆਪਾਂ ਉਹਦੇ ਹਿਸਾਬ ਨਾਲ ਚੱਲਦੇ ਹਾਂ। ਸੁਪਰੀਮ ਕੋਰਟ ਨੇ ਜਦੋਂ ਆਰਡਰ ਸਟੇ ਕੀਤਾ, ਲਿਖਤਾ ਵੀ ਇਨਵੈਸਟੀਗੇਸ਼ਨ ਕਰ ਸਕਦੇ ਹੋ। ਹੁਣ ਇਹ ਤਾਂ ਦੱਸ ਦੇਣ ਵੀ ਸਪਲੀਮੈਂਟਰੀ ਚਲਾਨ ਪੇਸ਼ ਕਰਨਗੇ। ਠੀਕ ਹੈ, ਉਹ ਜਵਾਬ ਲੈ ਲਓ, ਸਮਾਂ ਬਹੁਤ। ਜੀ ਸੰਘੇੜਾ ਸਾਹਿਬ ਦੇਖੋ ਨਸ਼ੇ ਦੇ, ਗੌਰਵ ਜੀ ਚਲੋ ਠੀਕ ਹੈ, ਤੁਸੀਂ ਜਵਾਬ ਰੱਖੋ। ਗੌਰਵ ਜੀ ਗੱਲ ਸੁਣੋ, ਦਿਸ ਇਜ਼ ਇਨਜਸਟਿਸ। 3 ਬੁਲਾਰਿਆਂ ਦੇ ਮੈਂ ਜਵਾਬ ਦੇਣੇ ਆ, ਮੈਨੂੰ ਇੰਨਾ ਥੋੜਾ ਟਾਈਮ ਦਿੰਦੇ ਹੋ ਤੁਸੀਂ। ਇਹ ਖੜਿਆਲ ਸਾਹਿਬ ਨੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ, ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਖੜਿਆਲ ਸਾਹਿਬ ਨੇ। ਇਹ ਸਿਰਫ ਸਵਾਲਾਂ ਦੀ ਲੜੀ ਕਰੀ ਜਾਂਦੇ ਆ, ਚਲਾਨ ਕਿੱਦਾਂ ਪੇਸ਼ ਹੋਊਗਾ, ਜੇ ਇਸ ਤਰ੍ਹਾਂ ਹੋ ਗਿਆ ਫਿਰ ਕੀ ਹੋਊਗਾ। ਇੱਕ ਲੈਕਚਰ ਦੇ ਰਹੇ ਨੇ, ਇਹ ਕੋਈ ਕੋਰਟ ਰੂਮ ਥੋੜੀ ਹੈ ਜਿੱਥੇ ਬਹਿਸ ਹੋ ਰਹੀ ਆ। ਨਹੀਂ ਮੇਰੀ ਗੱਲ ਸੁਣੋ, ਨਹੀਂ ਪਰਸਨਲ ਨਹੀਂ ਮੈਂ ਕਰ ਰਿਹਾ ਖੜਿਆਲ ਸਾਹਿਬ, ਨਹੀਂ ਮੈਂ ਪਰਸਨਲ ਮੱਛੀ ਮਾਰਕੀਟ ਵੀ ਨਹੀਂ ਹੈ। ਨਹੀਂ ਤੁਹਾਡਾ ਇਹ ਬੋਲਣ ਦਾ ਤਰੀਕਾ, ਹੁਣ ਤੁਸੀਂ ਫੇਰ ਮੇਰੇ ਵਿੱਚ ਬੋਲ ਰਹੇ ਹੋ। ਮੈਂ ਇੱਕ ਗੱਲ ਕਹਿਣਾ, ਦੇਖੋ ਕਿੰਨਾ ਝੂਠ ਬੋਲੀ ਜਾ ਰਹੇ ਨੇ ਖੜਿਆਲ ਸਾਹਿਬ। ਇੱਕ ਕੇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ, ਆਮ ਆਦਮੀ ਪਾਰਟੀ ਜਸਟਿਸ ਕਰ ਰਹੀ ਹੈ, ਸਰਕਾਰ ਜਿਹੜੀ ਜਸਟਿਸ ਕਰ ਰਹੀ ਹੈ, ਗਰੰਟੀਆਂ ਦੇ ਕੇ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਲੋਕਾਂ ਨੇ 92 ਐਮਐਲਏ ਦਿੱਤੇ ਆ, ਅਸੀਂ ਉਹ ਵਾਅਦੇ ਪੂਰੇ ਕਰ ਰਹੇ ਆ। ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਤਸਕਰੀ, ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਵਾਦ, ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ। ਔਰ ਮੈਂ ਇਹਨਾਂ ਨੂੰ ਖੜਿਆਲ ਸਾਹਿਬ ਨੂੰ ਦੁਬਾਰਾ ਦੱਸਣਾ ਚਾਹੁੰਦਾ ਆ, ਉਸ ਕੇਸ ਦੇ ਵਿੱਚ ਨਾਲ ਦੀਪਾ ਸਾਹਿਬ ਦਾ ਵੀ ਜਿਹੜਾ ਜਵਾਬ ਆ ਜਾਏਗਾ ਸਵਾਲ ਦਾ, ਜਿਹੜਾ ਸ਼ਾਇਦ ਬੀਜੇਪੀ ਵੱਲੋਂ ਆਇਆ ਸੀਗਾ, ਕਿ ਉਸ ਵੇਲੇ ਜਦੋਂ ਖਹਿਰਾ ਸਾਹਿਬ ਸਾਡੀ ਪਾਰਟੀ ਚ ਆਇਆ, ਉਦੋਂ ਜੇ ਕ੍ਰੌਪ ਅਪ ਨਹੀਂ ਸੀ ਹੋਇਆ ਕੇਸ। ਇਹ ਕੇਸ ਇਨੀਸ਼ੀਏਟ ਹੋਇਆ ਅਦਾਲਤ ਵਿੱਚੋਂ ਜਦੋਂ ਉਹ ਐਲਓਪੀ ਸੀਗੇ, ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ, ਦੂਜੀ ਸਰਕਾਰ 15 ਚ ਸ਼ੁਰੂ ਹੋਇਆ, ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੇਲੇ। ਤੇ 17 ਦੇ ਵਿੱਚ ਜਦੋਂ ਫੈਸਲਾ ਆਇਆ ਉਹਦਾ 15 ਵਾਲੇ ਕੇਸ ਦਾ, ਉਸ ਵੇਲੇ ਜੱਜ ਸਾਹਿਬ ਨੇ ਸਾਰਾ ਮੈਂਸ਼ਨ ਕੀਤਾ, ਉਹਦੇ ਟ੍ਰਾਇਲ ਦੌਰਾਨ ਇਹਨਾਂ ਦਾ ਨਾਂ ਚੱਲਦਾ ਸੀ। ਸਾਨੂੰ ਥੋੜੀ ਪਤਾ ਸੀ ਕਿ ਉੱਥੇ ਇਹਨਾਂ ਦਾ ਨਾਂ ਵੀ ਵੱਜਦਾ, ਕੱਲ ਨੂੰ ਇਦਾਂ ਹੋ ਜਾਣਾ। ਉਹ ਜਦੋਂ ਅਸੀਂ ਇਹਨਾਂ ਨੂੰ ਲਿਆ, ਤੁਹਾਡੀਆਂ ਵਿਰੋਧੀ ਪਾਰਟੀਆਂ ਨੂੰ ਪੋਲੀਟੀਕਲ ਵੈਂਡੇਟਾ ਲੱਗ ਰਿਹਾ। ਇਨਫੈਕਟ ਅਕਾਲੀ ਦਲ ਕਹਿ ਰਿਹਾ ਕਿ ਪਰਸਨਲੀ ਤੌਰ ਤੇ ਵੈਂਡੇਟਾ ਕਰ, ਉਸ ਵੇਲੇ ਜੋ ਇਨਫੋਰਮੇਸ਼ਨ ਸੀ ਅਸੀਂ ਕੀਤਾ ਜੀ। ਤੇ ਉਸ ਤੋਂ ਬਾਅਦ ਫਿਰ ਕਾਂਗਰਸ ਪਾਰਟੀ ਨੇ ਕੇਸ ਇਨੀਸ਼ੀਏਟ ਕੀਤਾ, ਔਰ ਉਸ ਤੋਂ ਬਾਅਦ ਉਦੋਂ ਦਾ ਕੇਸ ਚੱਲ ਰਿਹਾ ਆ। ਤੇ ਮੈਂ ਖੜਿਆਲ ਸਾਹਿਬ ਨੂੰ ਪੁੱਛਿਆ ਸੀਗਾ ਭਈ ਕਾਹਦੇ ਲਈ ਪਾਸਪੋਰਟ ਮੰਗ ਰਿਹਾ ਸੀ, ਜਾਂ ਕਹਿ ਰਿਹਾ ਸੀ ਵੀ ਮੈਨੂੰ ਪਰਮਿਸ਼ਨ ਦੇ ਦਿਓ ਬਾਹਰ ਜਾਣ ਲਈ। ਉਹ ਖਾ ਗਏ, ਸਵਾਲ ਦਾ ਜਵਾਬ ਹੀ ਨਹੀਂ ਦਿੱਤਾ। ਚਲੋ ਮੈਂ ਪੁੱਛਦਾ ਨਾ ਤੁਹਾਨੂੰ, ਨਹੀਂ ਸੰਘੇੜਾ ਸਾਹਿਬ ਤੁਸੀਂ ਇਹ ਕਹਿ ਰਹੇ, ਨਹੀਂ ਗੌਰਵ ਜੀ ਮੈਨੂੰ ਥੋੜੀ ਸਫੀਸ਼ੀਐਂਟ ਟਾਈਮ ਦਿਓ। ਨਹੀਂ ਸਫੀਸ਼ੀਐਂਟ, ਮੈਂ ਉਹੀ ਸਵਾਲ ਪੁੱਛ ਰਿਹਾ। ਜੀ ਜਦੋਂ ਕੋਈ ਕਤਲ ਹੋ ਜਵੇ, ਕੋਈ ਬਲਾਈਂਡ ਮਰਡਰ ਹੋਵੇ ਜਿਹਦਾ ਕੋਈ ਥੋੜਾ ਪਤਾ ਨਹੀਂ ਲੱਗੇ, ਅਲੱਗ ਚੀਜ਼ ਹੈ। ਜਦੋਂ ਕੋਈ ਹਿਊਮਨ ਬੀਇੰਗ ਦਾ ਮਰਡਰ ਹੋ ਜਵੇ, ਭਾਵੇਂ ਉਹ ਗਰੀਬ ਹੋਵੇ ਚਾਹੇ ਅਮੀਰ ਹੋਵੇ, ਉਹ ਨੰਬਰ 2 ਜੋ ਜਿੱਦਾਂ ਦਾ ਇੰਡੀਆ ਦਾ ਲਾਅ ਹੈ, ਜਾਂ ਡਰੱਗ ਤਸਕਰੀ ਦੇ ਕੇਸ, ਇਹ ਕੇਸ ਖਹਿੜਾ ਨਹੀਂ ਛੱਡਦੇ ਹੁੰਦੇ, ਭਾਵੇਂ ਕੋਈ ਵੱਡਾ ਹੋਵੇ ਭਾਵੇਂ ਛੋਟਾ ਹੋਵੇ, ਜਿੰਨਾ ਮਰਜ਼ੀ ਸੰਭਾਲੀ ਜਾਵੇ।
ਉਹਦੇ ਵਿੱਚ ਇਹ ਦੇਖੋ ਇਹ ਟ੍ਰਾਇਲ ਕੋਰਟ ਨਹੀਂ ਹੈ। ਠੀਕ ਹੈ, ਮੈਨੂੰ ਲੱਗਦਾ ਤੁਸੀਂ ਆਪਣਾ ਜਵਾਬ ਦਿੱਤਾ ਹੈ। ਮੈਂ ਇਸੇ ਕਰਕੇ ਰਿਕੁਐਸਟ ਕਰ ਰਿਹਾ ਕਿ ਥੋੜਾ ਛੋਟਾ ਜਵਾਬ ਰੱਖੋ ਸੰਘੇੜਾ ਸਾਹਿਬ। ਮੈਂ ਤਾਂ ਹੀ ਤੁਹਾਡੇ ਕੋਲ ਵਾਰ-ਵਾਰ ਆ ਪਾਉਂਗਾ ਜੀ, ਹਾਂਜੀ ਮੈਂ ਤਾਂ ਹੀ ਤੁਹਾਡੇ ਕੋਲ ਵਾਰ-ਵਾਰ ਆ ਪਾਉਂਗਾ। ਸਾਰੇ ਨੇ ਤੁਹਾਡੇ ਤੋਂ ਹੀ ਸਵਾਲ ਪੁੱਛਣੇ ਜਾਂ ਫਿਰ ਕਾਂਗਰਸ ਨੂੰ ਪੁੱਛਣੇ? ਦੀਪਾ ਜੀ ਕੁਝ ਕਹਿਣਾ ਚਾਹ ਰਹੇ ਨੇ। ਦੀਪਾ ਜੀ ਮੈਂ ਜਿਹੜੀ ਗੱਲ ਕਰਨੀ ਹੈ ਜੀ ਕਿ ਵੇਖੋ ਇਹ ਗੱਲ ਬੜੀ ਸਾਰੇ ਕਹਿ ਰਹੇ ਆ ਕਿ ਜੀ ਅਕਾਲੀ ਦਲ ਬੀਜੇਪੀ ਦੀ ਜਿਹੜੀ ਸਰਕਾਰ ਸੀ 2015 ਚ ਉਦੋਂ ਕੇਸ ਰਜਿਸਟਰ ਹੋਇਆ ਸੀ ਜੀ। ਸਾਡੇ ਤੇ ਬੜੇ ਇਲਜ਼ਾਮ ਲੱਗੇ ਕਿ ਜੀ ਪਤਾ ਨਹੀਂ ਕਿੰਨੇ ਨਸ਼ਿਆਂ ਦੇ ਮਾਫੀਆ ਨੂੰ ਅਸੀਂ ਪਾਲਦੇ ਸੀ, ਕੀ ਕਰਦੇ ਆ ਸਾਡੇ ਲੀਡਰ ਸਾਡੇ ਮੰਤਰੀ, ਉਹਨਾਂ ਦੇ ਕੀ ਰਿਲੇਸ਼ਨ ਆ, ਬੜੇ ਬੜੇ ਇਲਜ਼ਾਮ ਕੀਤੇ ਔਰ ਵਾਕਈ ਇੱਕ ਪਰਸੈਪਸ਼ਨ ਬਣਾਤੀ ਜਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ। ਪਰ 2015 ਦੇ ਵਿੱਚ ਇਹ ਕੇਸ ਰਜਿਸਟਰ ਕਰਨਾ, ਜਿਹੜਾ ਵੀ ਗੁਰਦੇਵ ਸਿੰਘ ਤੇ ਅਦਰ ਉਹਨਾਂ ਨੂੰ 3 ਸਾਲ ਤੋਂ ਲੈ ਕੇ 20 ਸਾਲ ਦੀ ਕੈਦ ਹੋਣੀ ਔਰ ਜਦੋਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੀ ਜਿਹੜੀ ਵੀ ਕਾਲ ਡਿਟੇਲ ਕੱਢੀ ਜਾਂਦੀ ਹੈ ਕਿੰਦੇ ਨਾਲ ਉਹਦੀਆਂ ਗੱਲਾਂ ਹੋਈਆਂ, ਉੱਥੇ ਸੁਖਪਾਲ ਸਿੰਘ ਖਹਿਰੇ ਦਾ ਨਾਂ ਨਾ ਤੇ ਉਹਨਾਂ ਨੂੰ ਉਸ ਤਰ੍ਹਾਂ ਦਾ ਬੁਲਾਇਆ ਜਾਣਾ। ਪਰ ਇਹ ਗੱਲ ਹੈ ਕਿ ਸ਼੍ਰੋਮਣੀ ਪੋਲੀਟੀਕਲ ਵੈਂਡੇਟਾ ਕਿਉਂ ਕਹਿ ਰਹੇ ਹੋ? ਜੋ ਤੁਸੀਂ ਖੁਦ ਕਹਿ ਰਹੇ ਹੋ ਸੁਖਪਾਲ ਖਹਿਰਾ ਦਾ ਨਾਮ ਆਣਾ, ਕਾਲ ਡਿਟੇਲਸ ਦਾ ਹੋਣਾ, ਫਿਰ ਤੁਹਾਨੂੰ ਪੋਲੀਟੀਕਲ ਵੈਂਡੇਟਾ ਕਿਉਂ ਲੱਗ ਰਿਹਾ? ਭਾਈ 2015 ਦੀ ਗੱਲ ਸੀ, ਉਦੋਂ ਤਾਂ ਇੱਕ ਵਾਰੀ ਬੁਲਾ ਲਿਆ, ਉਹਨਾਂ ਦੀ ਪ੍ਰੋਸੀਕਿਊਸ਼ਨ ਹੋ ਗਈ, ਹਾਈ ਕੋਰਟ ਚ ਹੋ ਗਿਆ, ਸੁਪਰੀਮ ਕੋਰਟ ਚ ਹੋ ਗਿਆ, ਸਾਰਾ ਕੁਝ ਹੋ ਕੇ ਉਹਨਾਂ ਨੂੰ ਬੇਲ ਹੋ ਗਈ, ਜਿਹੜਿਆਂ ਨੂੰ ਸਜ਼ਾ ਹੋਣੀ ਸੀ ਉਹਨਾਂ ਨੂੰ ਹੋ ਗਈ, ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ। ਜਦੋਂ ਦੂਜਿਆਂ ਨੂੰ ਸਜ਼ਾ ਮਿਲ ਰਹੀ ਹੈ, ਜੇ ਕਲਪ੍ਰਿਟ ਹੁੰਦੇ ਤਾਂ ਇਹਨਾਂ ਨੂੰ ਸਜ਼ਾ ਨਾਲ ਹੁੰਦੀ। ਫਿਰ ਤੁਸੀਂ ਕਲੀਨ ਚਿਟ ਦੇ ਰਹੇ ਹੋ ਮਤਲਬ ਸੁਖਪਾਲ ਖਹਿਰਾ? ਹਾਂ ਯੈਸ, ਅੱਜ ਇੰਨੇ ਸਾਲਾਂ ਬਾਅਦ ਲੱਗਦਾ ਨਹੀਂ ਕਿ ਇਹ ਸੁਖਪਾਲ ਸਿੰਘ ਖਹਿਰਾ ਤੇ ਕੋਈ ਉਹ ਗੱਲ ਹੈ। ਜਵਾਬ ਲਓ ਸਰ ਛੋਟਾ ਜਿਹਾ। ਪਰ ਬਾਕੀ ਦੀਪਾ ਜੀ ਇੱਕ ਟੈਕਨੀਕਲ ਗੱਲ ਹੈ, ਸ਼ਾਇਦ ਤੁਹਾਨੂੰ ਉਹਦਾ ਨਾਮ ਪਤਾ ਹੋਵੇ, ਇਹਨਾਂ ਦਾ ਨਾਮ ਜਦ ਨਹੀਂ ਸੀ ਕੀਤਾ ਉਸ ਕੇਸ ਦੇ ਵਿੱਚ, ਇਹਨਾਂ ਦੇ ਟ੍ਰਾਇਲ ਨਹੀਂ ਹੋਏ। ਜੱਜ ਨੇ ਇਹੀ ਕਿਹਾ ਹੈ ਨਾ ਕਿ ਬਾਕੀ ਗਵਾਹਾਂ ਦੇ ਕਰਕੇ ਇਹਨਾਂ ਦਾ ਨਾਮ, ਇਹਨਾਂ ਦੇ ਵੀ ਟ੍ਰਾਇਲ ਕਰੋ। 2017 ਚੋਂ ਗੱਲ ਆ ਗਈ, ਹਾਂਜੀ 6 ਸਾਲ ਹੋ ਗਏ, ਪਹਿਲਾਂ ਇਹਨਾਂ ਦਾ ਨਾਮ 6 ਸਾਲ ਹੋ ਗਏ, ਉਹਨੂੰ ਵੀ 6 ਸਾਲ, ਉਸ ਤੋਂ ਬਾਅਦ ਹਾਈ ਕੋਰਟ ਚ ਬੇਲ ਹੋ ਗਈ, ਸੁਪਰੀਮ ਕੋਰਟ ਚ ਹੋ ਗਈ। ਅਪੀਲਾਂ ਚ ਟਾਈਮ ਲੱਗਿਆ ਨਾ, ਅਪੀਲਾਂ ਚ ਸਟੇ ਸੀਗਾ, ਅਪੀਲਾਂ ਚ ਟਾਈਮ ਲੱਗਿਆ, ਇਸ ਕਰਕੇ ਸਮਨ ਕੁਐਸ਼ ਹੋਏ ਨੇ ਸੁਪਰੀਮ ਕੋਰਟ ਤੋਂ, ਸਮਨਿੰਗ ਕੁਐਸ਼ ਹੋਈ ਹੈ। ਖਹਿਰਾ ਸਾਹਿਬ ਨੇ ਸਮਨ ਦੇ ਖਿਲਾਫ ਇੱਕ ਗੌਰਵ ਜੀ ਜਿਹੜੀ ਦੂਜੀ ਗੱਲ ਇਹ ਜਿਹੜੀ ਕਰਕੇ ਡਿਲੇ ਹੋਈ, ਇੱਕ ਕਰਕੇ ਗੱਲ ਲੋਕਾਂ ਤੱਕ ਵਧੀਆ ਤਰੀਕੇ ਨਾਲ ਗੱਲ ਪਹੁੰਚੀ ਦੀਪਾ ਜੀ, ਕੋਰਟ ਕਰਕੇ ਡਿਲੇ ਹੋਈ। ਸੰਘੇੜਾ ਜੀ ਜਿਹੜਾ ਵਾਰ-ਵਾਰ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਭਗਵੰਤ ਮਾਨ ਦੀ ਸਰਕਾਰ ਦਾ ਜ਼ੀਰੋ ਟੋਲਰੈਂਸ ਹੈ ਡਰੱਗਸ ਦੇ ਖਿਲਾਫ, ਨਸ਼ਿਆਂ ਦੇ ਖਿਲਾਫ, ਡਰੱਗਸ ਦੇ ਸਾਰਿਆਂ ਦੇ ਖਿਲਾਫ, ਜਿਹੜੀ ਕਰਪਸ਼ਨ ਹੈ ਉਹਦੇ ਖਿਲਾਫ, ਮਾਫੀਆ ਦੇ ਖਿਲਾਫ। ਇਹ ਹੁਣ 1.5 ਸਾਲ ਹੋ ਗਿਆ, ਹੁਣ ਤੇ ਗੱਲ ਨਾ ਕਰੋ। ਕੇਜਰੀਵਾਲ ਸਾਹਿਬ ਕਹਿੰਦੇ ਸੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਸੀ, ਲੋਕਾਂ ਨੇ ਵਿਸ਼ਵਾਸ ਕੀਤਾ, ਤੁਹਾਨੂੰ ਵੋਟਾਂ ਦਿੱਤੀਆਂ ਕਿ 4 ਹਫ਼ਤਿਆਂ ਦੇ ਵਿੱਚ ਜੇ ਇੱਛਾ ਸ਼ਕਤੀ ਹੋਵੇ ਨਸ਼ੇ ਖਤਮ ਕੀਤੇ ਜਾ ਸਕਦੇ ਆ। ਅੱਜ 1.5 ਸਾਲ ਹੋ ਗਏ, ਇਮਾਨਦਾਰੀ ਨਾਲ ਕਰੋ। ਜਵਾਬ ਲਓ ਸਰ, ਪਿੱਛੇ ਸਮਾਂ ਬਹੁਤ ਘੱਟ ਹੋਏਗਾ। ਇੱਕ ਮਿੰਟ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਸਰਕਾਰਾਂ ਹੀ ਨਸ਼ੇ ਵਿਕਵਾਉਂਦੀਆਂ, ਲੋਕ ਵਿਸ਼ਵਾਸ ਵੀ ਕਰਦੇ ਸੀ ਕਿ ਸਰਕਾਰਾਂ ਕਰਦੀਆਂ, ਸਰਕਾਰ ਬਦਲ ਕੇ ਵੇਖ ਲਓ ਕਿ ਅੱਜ ਮੈਨੂੰ 2 ਚੀਜ਼ਾਂ ਦਾ ਜਵਾਬ ਦਿਓ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਹੋਇਆ, ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈ, ਤੁਸੀਂ ਇਹ ਸਰਕਾਰ ਨਸ਼ੇ ਵਿਕਵਾ ਰਹੀ ਹੈ। ਛੋਟਾ ਸਵਾਲ ਪੁੱਛਦਾ ਮੈਂ, ਉਸ ਤੋਂ ਬਾਅਦ ਨਹੀਂ ਦੀਪਾ ਜੀ ਨਸ਼ੇ ਦੇ ਖਿਲਾਫ ਐਕਸ਼ਨ ਤੁਹਾਨੂੰ ਨਹੀਂ ਨਜ਼ਰ ਆ ਰਿਹਾ? ਤੁਹਾਨੂੰ ਨਸ਼ੇ ਦੇ ਖਿਲਾਫ ਐਕਸ਼ਨ ਠੀਕ ਹੈ, ਮੈਂ ਕਹਿੰਦਾ ਠੀਕ ਹੈ ਸੰਘੇੜਾ ਸਾਹਿਬ। ਇੱਕ ਮਿੰਟ ਐਕਸ਼ਨ ਜਿਹੜੀ ਆਪਣਾ ਰੇਤ ਮਾਫੀਆ ਦੀ ਗੱਲ ਕਰਦੇ ਆ, ਬਿਲਕੁਲ ਗੁਰਮੀਤ ਸਿੰਘ ਚੌਹਾਨ ਅਪਰਾਈਟ ਅਫਸਰ ਹੈ। ਸਾਨੂੰ ਪਤਾ ਹੈ ਕਿ ਜਿੰਨਾ ਗੈਂਗਸਟਰਾਂ ਨੂੰ ਗੁਰਮੀਤ ਸਿੰਘ ਚੌਹਾਨ ਤੋਂ ਡਰ ਲੱਗਦਾ ਹੈ, ਠੀਕ ਹੈ ਚਲੋ ਆਪਾਂ ਕਿਸੇ ਤੋਂ ਨਹੀਂ ਲੱਗਦਾ। ਮਾਈਨਿੰਗ ਵਾਲੇ ਪਾਸੇ ਨਾ ਚਲੇ ਜਾਈਏ, ਉਹਨਾਂ ਦੀ ਬਦਲੀ ਠੀਕ ਹੈ, ਮਾਈਨਿੰਗ ਵਾਲੇ ਪਾਸੇ ਨਾ ਚਲੇ ਜਾਈਏ ਪਲੀਜ਼ ਸੰਘੇੜਾ ਸਾਹਿਬ। ਜੋ ਸ਼ਰੇਆਮ ਹੁੰਦੇ ਟਿੱਪਰ ਫੜੇ ਆ, ਸਾਰਾ ਕੁਝ ਫੜਿਆ, ਸਾਰੇ ਸਬੂਤ ਹੈ, ਉਹਨਾਂ ਦੇ ਪ੍ਰੈਸ਼ਰ ਥੱਲੇ ਤੁਸੀਂ ਕਲੀਨ ਚਿੱਟ ਦੇ ਰਹੇ ਹੋ। ਕੀ ਅਸਰ ਪਊਗਾ? ਜਵਾਬ ਲਓ ਸਰ, ਜਵਾਬ ਲਓ ਸੰਘੇੜਾ ਸਾਹਿਬ। ਬਿਲਕੁਲ ਆ ਰਹੇ ਤੁਹਾਡੇ ਕੋਲ ਸੰਘੇੜਾ ਸਾਹਿਬ। ਸੇਮ ਗੱਲ ਜੀ ਕਹਿ ਰਹੇ ਨੇ ਕਿ ਮਤਲਬ ਇਹ ਉਹਨਾਂ ਦਾ 2 ਦਿਨ ਦਾ ਰਿਮਾਂਡ ਦੇਤਾ ਹੈ। ਸੇਮ ਗੱਲ ਚ ਉਹ ਰੇਤਾ ਦੀ ਲੈਣ ਦੇ ਆ ਗੱਲ। ਮੈਂ ਤਾਂ ਨਹੀਂ ਕਿਹਾ, ਤੁਸੀਂ ਵੀ ਕਿਹਾ। ਮੈਂ ਦੀਪਾ ਜੀ ਕਹਿ ਰਿਹਾ ਕਿ ਸੰਘੇੜਾ ਸਾਹਿਬ ਤੁਹਾਡੇ ਵਿਰੋਧੀ ਬਹੁਤ ਕਾਰਵਾਈਆਂ ਕੀਤੀਆਂ, ਵੱਡੇ ਵੱਡੇ ਸੰਘੇੜਾ ਸਾਹਿਬ ਇੱਕ ਸੀਨੀਅਰ ਪੁਲਿਸ ਆਫੀਸਰ ਅਜੇ ਵੀ ਦੌੜੇ ਹੋਏ ਆ। ਹਾਂਜੀ, ਕੋਈ ਕੇਸ ਇਦਾਂ ਦਾ ਹੈ ਹੀ ਨਹੀਂ ਜੇ ਕਿਸੇ ਨੂੰ ਮਾਫ ਕੀਤਾ ਹੋਵੇ ਜਾਂ ਛੱਡਿਆ ਹੋਵੇ। ਸੰਘੇੜਾ ਸਾਹਿਬ ਨਸ਼ੇ ਦੇ ਖਿਲਾਫ ਐਕਸ਼ਨ ਤੁਹਾਡੇ ਵਿਰੋਧੀਆਂ ਨੂੰ ਨਹੀਂ ਲੱਗ ਰਿਹਾ? ਸੁਖਪਾਲ ਖਹਿਰਾ ਦੀ ਗ੍ਰਿਫਤਾਰੀ, ਨਸ਼ੇ ਦੇ ਖਿਲਾਫ ਐਕਸ਼ਨ ਅਕਾਲੀ ਦਲ ਨੂੰ ਨਹੀਂ ਲੱਗ ਰਿਹਾ ਕਿ ਨਹੀਂ ਉਸ ਤਰੀਕੇ ਦਾ ਐਕਸ਼ਨ ਨਹੀਂ? ਦੇਖੋ ਅਕਾਲੀ ਦਲ ਨੂੰ ਵੀ ਨਹੀਂ ਲੱਗ ਰਿਹਾ ਹੋਣਾ, ਕਾਂਗਰਸ ਨੂੰ ਵੀ ਨਹੀਂ ਲੱਗ ਰਿਹਾ, ਕਿਉਂਕਿ ਮੌਕਾ ਭਾਲਦੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਸ਼ਾਇਦ ਸਾਡੀ ਲੋਕਾਂ 'ਚ ਭੱਲ ਬਣ ਜਵੇ, ਪਰ ਉਹ ਬਣਨੀ ਨਹੀਂ ਹੈ। ਕਿਉਂਕਿ ਚਾਹੀਦਾ ਪਤਾ ਇਹਨਾਂ ਨੂੰ ਕੀ ਆ ਕਿ ਨਸ਼ੇ ਦੇ ਤਸਕਰੀ ਦੇ ਜਿਹਦੇ ਤੇ ਵੀ ਇਲਜ਼ਾਮ ਹੈ ਉਸ ਪਿੱਛੇ ਨਹੀਂ ਖੜਨਾ ਚਾਹੀਦਾ। ਲੋਕ ਨਹੀਂ ਇਸ ਗੱਲ ਨੂੰ ਪਸੰਦ ਕਰਦੇ। ਆਮ ਆਦਮੀ ਪਾਰਟੀ ਨਸ਼ਾ ਤਸਕਰਾਂ ਦੀ
ਪੁਸ਼ਤ ਪਨਾਹੀ ਨਹੀਂ ਕਰਦੀ। ਇਹ ਪਾਰਟੀਆਂ ਗਲਤੀ ਕਰ ਰਹੀਆਂ। ਇਹ ਪਾਰਟੀਆਂ ਯਾਰ ਵਿੱਚ ਨਾ ਬੋਲੋ, ਚਲੋ ਰੱਖੋ ਤਾਂ ਕਿ ਇੰਨੇ ਸਵਾਲ ਕਰਦੇ ਉਹ ਤਾਂ ਜਵਾਬ ਦੇ ਦੇਵਾਂ। ਇਹ ਜਿਹੜੇ ਆ ਹੁਣ ਮੈਂ ਕਲੀਅਰ ਕੱਟ ਦੱਸਦਾ ਵੀ ਕੇਸ ਉਹ ਕਨਕਲੂਡ ਨਹੀਂ ਹੋਇਆ, ਉਹਦੇ ਬਾਰੇ ਇਹਨਾਂ ਨੇ ਦੱਸਿਆ ਹੀ ਨਹੀਂ। ਕੋਰਟ ਦੇ ਹੁਕਮਾਂ ਦੇ ਅਨੁਸਾਰ ਉਹ ਪਹਿਲਾ ਕੇਸ ਕਨਕਲੂਡ ਹੋਇਆ ਜੇ ਚ ਨਾਮਜ਼ਦ ਨਹੀਂ ਸੀਗੇ, ਉਹਦੇ ਚੋਂ ਹੀ ਇਹ ਨਿਕਲਿਆ। ਪਹਿਲੇ ਹੁਣ ਇਹ ਵੱਖਰਾ ਪਰਚਾ ਨਹੀਂ, ਉਹਦੇ ਵਿੱਚੋਂ ਜੱਜ ਨੇ ਕਿਹਾ ਕਿ ਕਾਰਵਾਈ ਕਰੋ। ਕਿਹੜੇ ਜੱਜ ਨੇ ਕਿਹਾ? ਜਿਹੜੇ ਜੱਜ ਸਾਹਿਬ ਨੇ ਦੂਜਿਆਂ ਨੂੰ ਸਜ਼ਾ ਕੀਤੀ ਹੈ ਨਾ, ਉਹਨਾਂ ਨੇ ਹੀ ਕੁਐਸਚਨ ਉਠਾਇਆ। ਫਿਰ ਕਾਂਗਰਸ ਦੀ ਸਰਕਾਰ ਨੇ ਸ਼ੁਰੂ ਕੀਤਾ, ਉਹਨਾਂ ਨੇ ਜੱਜਮੈਂਟ 'ਚ ਲਿਖਿਆ ਕਿ ਇਹਨਾਂ ਨੂੰ ਨਾਮਜ਼ਦ ਨਹੀਂ ਕੀਤਾ, ਇਹਨਾਂ ਦੇ ਤਾਂ ਟ੍ਰਾਇਲ ਹੋਇਆ ਹੀ ਨਹੀਂ ਹੈ। ਠੀਕ ਹੈ, ਮੈਂ ਚਲੋ ਇੱਕ ਹੋਰ ਡਬਲ ਜੈਪਟੀ ਕਹਿੰਦੇ ਆ। ਦੇਖੋ ਉਹਨੂੰ ਡਬਲ ਜੈਪਟੀ ਕਰਦੇ ਹੋ, ਕਰ ਹੀ ਨਹੀਂ ਸਕਦਾ ਕੋਈ। ਖੜਿਆਲ ਸਾਹਿਬ ਇੱਕ ਛੋਟਾ ਜਿਹਾ ਜੈਬਾਜੀ ਮੈਂ ਤੁਹਾਡੇ ਕੋਲ ਆ ਰਿਹਾ। ਖੜਿਆਲ ਸਾਹਿਬ ਮੇਰਾ ਜਵਾਬ ਦੇਖੋ, ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ, ਤੁਸੀਂ ਜਵਾਬ ਦੇ ਦਿਓ। ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਇੱਕ ਕਾਲ ਡਿਟੇਲਸ ਦਾ ਬਹੁਤ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ। ਅਸੀਂ ਗ੍ਰਾਫਿਕਸ ਦੇ ਜ਼ਰੀਏ ਦਿਖਾ ਰਹੇ ਹਾਂ ਕਿ ਜਿਹੜੀ ਚਰਨਜੀਤ ਕੌਰ ਹੈ, ਗੁਰਦੇਵ ਸਿੰਘ ਦੀ ਸਿਸਟਰ ਹੈ, ਯੂਕੇ ਚ ਰਹਿੰਦੀ ਸੀ, ਉਸਨੇ ਕਾਲ ਕੀਤੀ 114 ਸੈਕਿੰਡ ਦੀ 6:49 ਤੇ ਉਸ ਤੋਂ ਬਾਅਦ ਸੈਕਿੰਡ ਕਾਲ ਕੀਤੀ ਸੁਖਪਾਲ ਖਹਿਰਾ ਨੂੰ, ਫਿਰ ਉਸ ਤੋਂ ਬਾਅਦ ਜੋਗਾ ਸਿੰਘ ਨੂੰ ਕਾਲ ਕੀਤੀ। ਇਹ ਕਾਲ ਡਿਟੇਲ ਦਾ ਵੀ ਜ਼ਿਕਰ ਹੋ ਰਿਹਾ, ਜਿਸ ਨੂੰ ਇੱਕ ਤਰੀਕੇ ਨਾਲ ਆਧਾਰ ਵੀ ਬਣਾਇਆ ਜਾ ਰਿਹਾ। ਛੋਟਾ ਜਵਾਬ ਰੱਖਿਓ ਸਰ, ਜੈਬਾਨ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ। ਦੋ ਚੀਜ਼ਾਂ ਕਹੂੰਗਾ। ਪਹਿਲੀ ਗੱਲ ਤਾਂ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਾਲ ਵਾਲੀ ਗੱਲ ਜੀ, ਇਹ ਸਾਡਾ ਇਲਜ਼ਾਮ ਹੈ ਕਿ ਇਟ ਹੈਜ਼ ਬੀਨ ਬਲੋਨ ਆਊਟ ਆਫ ਪ੍ਰੋਪੋਰਸ਼ਨ, ਇਹਨੂੰ ਫੈਬਰੀਕੇਟ ਕੀਤਾ ਗਿਆ। ਪਹਿਲੀ ਗੱਲ। ਦੂਜੀ ਗੱਲ, ਫॉर द ਸੇਕ ਆਫ ਆਰਗੂਮੈਂਟਸ ਤੁਹਾਡੀ ਗੱਲ ਮੰਨ ਲੈਣੇ ਇੱਕ ਸੈਕਿੰਡ ਲਈ। ਗੌਰਵ ਜੀ, ਇੱਕ ਪੋਲੀਟੀਸ਼ੀਅਨ ਨੂੰ, ਇੱਕ ਐਮਐਲਏ ਨੂੰ ਜੇ ਉਹਦੇ ਕੰਸਟੀਚੁਐਂਸੀ ਦੇ ਲੋਕ ਨਹੀਂ ਫੋਨ ਕਰਨਗੇ, ਲੋਕ ਪੰਜਾਬ ਦੇ ਨਹੀਂ ਫੋਨ ਕਰਨਗੇ ਤਾਂ ਕਿਹਨੂੰ ਕਰਨਗੇ? ਮੈਂ ਤੁਹਾਨੂੰ ਨਾ ਇੱਥੇ 10 ਲੀਡਰ ਆਮ ਆਦਮੀ ਪਾਰਟੀ ਦੇ, ਮੈਂ ਹੋਰ ਇੱਕ ਐਡ ਕਰ ਦਿੰਦਾ, ਮੈਂ ਇੱਕ ਹੋਰ ਐਡ ਕਰ ਦਿੰਦਾ ਕਿ 78 ਵਾਰ ਗੁਰਦੇਵ ਸਿੰਘ ਨੇ ਕਾਲ ਕੀਤਾ ਕਰੀਬ 11 ਮਹੀਨਿਆਂ ਦੇ ਵਿੱਚ। ਮੈਂ ਹੁਣ ਦੱਸਦਾ ਜੀ, ਮੈਂ ਦੱਸਦਾ ਇੱਥੇ ਤੁਹਾਨੂੰ ਮੈਂ 10 ਲੀਡਰ ਆਮ ਆਦਮੀ ਪਾਰਟੀ ਦੇ, 10 ਬੀਜੇਪੀ ਦੇ, 10 ਸ਼੍ਰੋਮਣੀ ਅਕਾਲੀ ਦਲ ਦੇ ਗਿਣਾ ਦੇਣਾ, ਜਿਨ੍ਹਾਂ ਦੀਆਂ ਫੋਟੋਆਂ ਕ੍ਰਿਮੀਨਲਸ ਦੇ ਨਾਲ ਵੀ ਹੈਗੀਆਂ। ਫੋਟੋ ਖੜੇ ਹੋ ਸਕਦੀ ਹੈ, ਕੌਣ ਫੋਟੋ ਖਿਚਵਾ ਗਿਆ ਨਹੀਂ ਪਤਾ ਹੁੰਦਾ। ਸੋ ਫੋਟੋ ਦੇ ਵਿੱਚ ਖੜੇ ਹੋਣ ਨਾਲ ਕੋਈ ਆਪਣਾ ਮੁਲਜ਼ਮ ਨਹੀਂ ਬਣਦਾ, ਫੋਨ ਆਉਣ ਨਾਲ ਕੋਈ ਮੁਲਜ਼ਮ ਨਹੀਂ ਬਣਦਾ। ਉਹਦੇ ਲਈ ਪੁਖਤਾ ਸਬੂਤ ਹੋਣਾ ਜ਼ਰੂਰੀ ਹੈ, which is not there at all whatsoever। ਦੂਜੀ ਗੱਲ ਗੌਰਵ ਜੀ, ਇੱਥੇ ਮੈਂ ਸਪਸ਼ਟ ਕਰਦਾ ਇੱਕ ਚੀਜ਼, ਡਬਲ ਜੈਪਡੀ ਨਹੀਂ ਹੋ ਸਕਦੀ। ਇੱਕ ਕੇਸ ਦੇ ਵਿੱਚ ਤੁਹਾਨੂੰ ਸਿਰਫ ਇੱਕ ਵਾਰੀ ਪ੍ਰੋਸੀਕਿਊਟ ਕੀਤਾ ਜਾ ਸਕਦਾ ਹੈ, ਦੂਜੀ ਵਾਰੀ ਤੀਜੀ ਵਾਰੀ ਨਹੀਂ ਕਰ ਸਕਦੇ ਤੇ ਨਾ ਹੀ ਸਜ਼ਾ ਦੇ ਸਕਦੇ। ਇਹਨਾਂ ਨੇ ਗੱਲ ਦੱਸਦਾ ਜੇ ਨਵਾਂ ਇੱਕ ਮਿੰਟ ਨਵੇਂ ਐਵੀਡੈਂਸ ਮਿਲ ਜਾਣ, ਮੈਂ ਦੱਸਦਾ ਹੁਣ ਦੂਜੀ ਵਾਰੀ ਹੈ ਨਹੀਂ ਇਹ, ਦਿਸ ਇਜ਼ ਨਾਟ ਡਬਲ ਜੈਪਡੀ। ਇਹਨਾਂ ਨੇ ਕੀ ਗੱਲ ਕਹੀ, ਕਹਿੰਦੇ ਟ੍ਰਾਇਲ ਦੇ ਵਿੱਚ ਖਹਿਰਾ ਸਾਹਿਬ ਦਾ ਨਾਮ ਨਹੀਂ ਸੀਗਾ, ਉਹਦੇ ਤੇ ਕੇਸ ਹੀ ਨਹੀਂ ਚੱਲਿਆ। ਟ੍ਰਾਇਲ ਨਹੀਂ ਹੋਏ ਉਹਨਾਂ ਦੇ। ਇੱਕ ਮਿੰਟ ਮੈਂ ਉਹੀ ਸੰਗੜਾ ਸਾਹਿਬ ਸੁਣ ਲਓ, ਮੈਂ ਜਵਾਬ ਦੇ ਰਿਹਾ ਹੁਣ। ਇਹਨਾਂ ਨੇ ਕੀ ਕਰ ਸਕਦੇ ਸੀ ਜਦੋਂ FIR ਤੇ ਚਲਾਨ ਚ ਨਾਮ ਨਹੀਂ, ਅਰਜ਼ੀ ਲਾ ਸਕਦੇ ਸੀਗੇ, ਜੋ ਲਾਈ ਇਹਨਾਂ ਨੇ। ਉਦੋਂ ਤੁਸੀਂ ਸੀਗੇ ਸੰਗੜਾ ਸਾਹਿਬ, ਸੁਣ ਲਓ ਇੱਕ ਮਿੰਟ, ਸੁਣ ਲਓ ਤੇ ਅਸੀਂ ਥੋੜੀ ਲਾਈ ਹੈ, ਪਬਲਿਕ ਪ੍ਰੋਸੀਕਿਊਟਰ ਲਾਉਂਦਾ ਹੈ, ਸਰਕਾਰ ਨਹੀਂ ਲਾਉਂਦੀ। ਅੱਛਾ ਹਾਂ, ਕਾਂਗਰਸ ਨਹੀਂ, ਕਾਂਗਰਸ ਸਰਕਾਰ ਵੇਲੇ ਹੀ ਹੋਇਆ ਨਾ। ਹੁਣ ਵੀ ਪਬਲਿਕ ਪ੍ਰੋਸੀਕਿਊਟਰ ਸਾਰੇ ਤੁਹਾਡੇ ਕਹਿੰਦੇ ਕਰਦੇ ਆ, ਹੁਣ ਵੀ ਤੁਹਾਡੇ ਕਹਿੰਦੇ ਚੱਲਦੇ ਆ, ਮੈਰਿਟ ਤੇ ਹੋਣੀ ਤੁਹਾਡੇ ਕਹਿੰਦੇ ਚੱਲਦੇ ਆ, ਤੁਸੀਂ ਹੁਣ ਮੈਰਿਟ ਤੇ ਹੈ ਨਾ। ਨਹੀਂ, ਤੁਸੀਂ ਕਹਿ ਕੇ ਕਰਵਾਇਆ ਸੀ। ਸੰਗੜਾ ਸਾਹਿਬ ਸੁਣ ਲਓ, ਤੁਹਾਡੀ ਸਰਕਾਰ ਵੇਲੇ ਹੀ ਹੋਇਆ। ਸੁਣ ਲਓ ਤੁਹਾਡੀ ਸਰਕਾਰ ਵੇਲੇ ਹੋਇਆ। ਇੱਕ ਸੈਕਿੰਡ ਸੰਗੜਾ ਸਾਹਿਬ ਸੁਣ ਲਓ, ਮੈਂ ਇੱਥੇ ਸਪਸ਼ਟ ਕਰਦਾ ਕਿ ਪਬਲਿਕ ਪ੍ਰੋਸੀਕਿਊਟਰ ਕਿਸੇ ਸਰਕਾਰ ਦਾ ਨਹੀਂ ਹੁੰਦਾ, ਪਹਿਲੀ ਗੱਲ। ਇੱਕ ਮਿੰਟ, ਦੂਜੀ ਗੱਲ, ਜਦੋਂ ਇਹ ਕੀ ਕਰ ਸਕਦੇ ਸੀ, ਜਦੋਂ ਪਰਚੇ ਚਲਾਨ ਚ ਨਾਮ ਨਹੀਂ, ਇਹ ਅਰਜੀ ਲਾ ਸਕਦੇ ਸੀ 319 ਦੀ, ਟੂ ਸਮਨ ਹਿਮ ਐਜ਼ ਐਨ ਅਕਿਊਜ਼ਡ, ਜੋ ਇਹਨਾਂ ਨੇ ਲਾਈ। ਲੋਅਰ ਕੋਰਟ ਨੇ ਅਲਾਉ ਕੀਤੀ, ਸੁਪਰੀਮ ਕੋਰਟ ਨੇ ਸਟੇ ਕਰਤਾ। ਮਤਲਬ ਹੀ ਵਾਸ ਨੋ ਮੋਰ ਐਨ ਅਕਿਊਜ਼ਡ ਇਨ दैट ਕੇਸ, ਉਹ ਮੁਲਜ਼ਮ ਹੈ ਹੀ ਨਹੀਂ। ਕੇਸ ਜਿਹੜਾ ਹੈ ਉਹ ਆਪਦੇ ਐਂਡ ਤੇ ਪਹੁੰਚ ਗਿਆ, ਸਜ਼ਾ ਹੋਗੀ, ਜਿਹੜੇ ਮੁਲਜ਼ਮ ਸੀਗੇ ਨਾਮਜ਼ਦ ਹੋ ਗਏ, ਕੇਸ ਇਜ਼ ਡਨ। ਸੰਘੇੜਾ ਸਾਹਿਬ ਕੀ ਕਹਿ ਰਹੇ ਆ, ਅਪੀਲ ਕਰਕੇ ਡਿਲੇ ਹੋ ਗਿਆ। ਪਹਿਲੀ ਗੱਲ ਤਾਂ ਅਪੀਲ ਕੇਸ ਖਤਮ ਹੋਣ ਤੋਂ ਬਾਅਦ ਪੈਂਦੀ ਹੈ, ਕੇਸ ਦੇ ਦਰਮਿਆਨ ਪੈ ਨਹੀਂ ਸਕਦੀ। ਦੂਜੀ ਗੱਲ, ਕਹਿੰਦੇ ਕੋਰਟ ਕਰਕੇ ਡਿਲੇ ਹੋ ਗਿਆ, ਸੁਪਰੀਮ ਕੋਰਟ ਦਾ ਆਰਡਰ ਜਿਹੜਾ ਹੈਗਾ, ਇੱਕ ਵਾਰੀ ਵੇਟ ਕਰਿਓ ਜੀ, ਠੀਕ ਹੈ ਖੜਿਆਲ ਸਾਹਿਬ, ਵੇਟ ਕਰਿਓ, ਤੁਸੀਂ ਬਹੁਤ ਡਿਟੇਲ ਚ ਆਪਣੀ ਗੱਲ ਰੱਖੀ। ਡੀਰੇਲ ਕਰ ਰਹੇ ਆ ਸਾਰੀ ਡਿਬੇਟ ਨੂੰ। ਸੰਮਨ ਕੀਤੇ ਅਦਾਲਤ ਨੇ ਜੀ, ਇਹ ਕਾਂਗਰਸ ਸਰਕਾਰ ਵੇਲੇ ਸੰਮਨ ਕੀਤੇ ਅਦਾਲਤ ਨੇ, ਸੰਮਨ ਦੇ ਵਿਰੁੱਧ ਅਪੀਲ ਚ ਗਏ ਸੀ। ਇਹੀ ਤਾਂ ਮੈਂ ਕਹਿੰਦਾ ਆ ਕਿ ਉਹਨਾਂ ਨੂੰ ਅਪੀਲ ਨਹੀਂ ਸੀ, ਜੋ ਵੀ ਉਹਦਾ ਨਾਂ ਹੈਗਾ ਯਾਰ, ਮੈਂ ਆਈ ਐਮ ਨਾਟ ਐਡਵੋਕੇਟ, ਯੂ ਆਰ ਐਡਵੋਕੇਟ। ਨਹੀਂ ਇਦਾਂ ਨਹੀਂ ਹੈ, ਤੁਹਾਨੂੰ ਸਮਝ ਲੱਗ ਰਹੀ ਹੈ ਗੱਲ, ਇਹਨੂੰ ਟੈਕਨੀਕਲੀ ਲੋਕਾਂ ਨੂੰ ਵੀ ਤਾਂ ਸਮਝ ਆ, ਹਾਂ ਲੋਕਾਂ ਨੂੰ ਵੀ ਸਮਝ ਲੱਗ ਰਹੀ ਆ। ਅਪੀਲ ਕੁਛ ਹੋਰ ਹੁੰਦੀ ਹੈ। ਹਾਂ, ਸੰਮਨ ਦੇ ਖਿਲਾਫ ਅਦਾਲਤ ਚ ਗਏ ਸੀਗੇ, ਪਹਿਲਾਂ ਇਹਨਾਂ ਨੂੰ ਸਟੇ ਮਿਲ ਰਿਹਾ। ਮੈਂ ਉਹੀ ਤਾਂ ਕਹਿ ਰਿਹਾ ਕਿ ਅਦਾਲਤ ਨੇ, ਇਹਨਾਂ ਤੋਂ ਸਜ਼ਾ ਹੋਈ ਨਹੀਂ, ਇਹਨਾਂ ਦੇ ਟ੍ਰਾਇਲ ਵੀ ਨਹੀਂ ਚੱਲੇ, ਅਦਾਲਤ ਨੇ ਇਸੇ ਕਰਕੇ ਕਹਿ ਦਿੱਤਾ ਕਿ ਪੁਲਿਸ ਇਨਵੈਸਟੀਗੇਟ ਕਰੇ। ਕਦੋਂ ਕਿਹਾ ਸੁਪਰੀਮ ਕੋਰਟ ਤੱਕ ਇਹ ਫੈਸਲਾ ਹੋਇਆ, ਹਾਈ ਕੋਰਟ ਚੋਂ ਤਾਂ ਨਹੀਂ। ਦੇਖੋ, ਇਹ ਤਾਂ ਤੁਸੀਂ ਦੇਖ ਲਓ ਨਾ, ਸੁਪਰੀਮ ਕੋਰਟ ਦਾ ਕਿਹੜੇ ਸਾਲ ਦਾ ਆਰਡਰ ਹੈ, ਤੁਸੀਂ ਗੌਰਵ ਜੀ ਤੁਸੀਂ ਦੱਸ ਦਿਓ। ਹੁਣ ਤੱਕ ਟ੍ਰਾਇਲ ਹੀ ਦੱਸ ਦਿਓ, ਹੁਣ ਤੱਕ ਮੈਂ ਜੈਮਾ ਜੀ ਦਾ ਰੁਕ ਕਰ ਲਵਾਂ ਇੱਕ ਵਾਰੀ ਹੋਰ, ਥੋੜਾ ਇੰਨੇ ਸਾਲ ਕਿਉਂ ਨਹੀਂ ਕੁਝ ਹੋਇਆ? ਨਹੀਂ, ਆ ਕੋਈ ਗੱਲ ਥੋੜੀ, ਹੁਣ ਤੁਸੀਂ ਕਹਿ ਰਹੇ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਕਿਉਂ ਨਹੀਂ ਕੁਝ ਕੀਤਾ? ਇੰਨੇ ਸਾਲ ਕੋ ਲੰਘ ਗਏ।
ਦੇਖੋ ਹੁਣ ਤੁਸੀਂ ਤੁਹਾਡੇ ਵੇਲੇ ਵੀ ਲੰਘੇ ਆ ਜੀ। ਜਿਹੜੇ ਨਹੀਂ ਕੇਸ 'ਚ ਦੇਰੀ ਹੁੰਦੀ ਆ ਕੇਸ ਜਿਹੜਾ ਲਟਕ ਜਾਂਦਾ ਕਿਉਂ ਹੋਈ? ਚਲੋ ਦੱਸੋ ਹੁਣ ਠੀਕ ਹੈ, ਚਲੋ ਮੈਂ ਤੁਹਾਡੀ ਗੱਲ ਤਾਂ ਝੂਠ ਹੋ ਗਈ ਨਾ ਜੀ। ਚਲੋ ਇੱਕ ਵਾਰੀ ਜੈਬਾਨ ਜੀ ਨਹੀਂ ਮਾਫੀ ਦੇਖੋ ਮੈਂ ਕੋਸ਼ਿਸ਼ ਕਰ ਰਹੇ ਕਿ ਟੌਪਿਕ ਦੇ ਉੱਤੇ ਵੀ ਰਹੀਏ, ਸਟੈਂਡ ਕਰਦੇ ਆ ਜੀ, ਠੀਕ ਹੈ। ਔਰ ਨਵੇਂ ਐਵੀਡੈਂਸ ਸਾਹਮਣੇ ਆਏ ਆ ਐਸਆਈਟੀ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਚਲੋ ਵੇਟ ਕਰੋ ਸਰ, ਇੱਕ ਵਾਰੀ ਵੇਟ ਕਰੋ ਪਲੀਜ਼, ਥੋੜਾ ਜਿਹਾ ਵੇਟ ਕਰੋ। ਜੈਬਾਨ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਇੱਕ ਸੈਕਿੰਡ ਸਾਰਾ ਕੁਝ ਸਾਹਮਣੇ ਆਏਗਾ ਜੀ। ਵੈਰੀ ਸਟਰੋਂਗ ਕੇਸ, ਐਡੀਸ਼ਨਲ ਐਵੀਡੈਂਸ ਠੀਕ ਹੈ ਜੈਬਾਨ ਜੀ, ਫੋਨ ਕਾਲਸ ਦੀ ਨਹੀਂ ਜੈਬਾਨ ਹੈ। ਜੀ ਮੈਂ ਕੋਸ਼ਿਸ਼ ਕਰ ਰਹੇ ਕਿ ਇਹਨੂੰ ਡਰੱਗਸ ਦੇ ਇਸ਼ੂ ਦੇ ਉੱਤੇ ਵੀ ਰੱਖ ਸਕਾਂ, ਮੈਂ ਡਰੱਗਸ ਦੇ ਇਸ਼ੂ ਤੇ ਵੀ ਰੱਖ ਦੇਖ ਰਹੀ ਆ 2 ਦਿਨ ਦਾ ਰਿਮਾਂਡ ਦਿੱਤਾ। ਤੁਹਾਡੀ ਗੱਲ ਆ ਗਈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਂਗਾ, ਤੁਸੀਂ ਜਵਾਬ ਸਾਰਿਆਂ ਦੇ ਇਨਫੈਕਟ ਦੇ ਰਹੇ ਹੋ। ਜੈਬਾਨ ਜੀ, ਕਿ ਇਸ ਨੂੰ ਨਸ਼ੇ ਦੇ ਖਿਲਾਫ ਐਕਸ਼ਨ ਤੁਸੀਂ ਸਮਝ ਰਹੇ ਹੋ ਕਿ ਨਹੀਂ? ਦੂਜੀ ਗੱਲ ਹੈ ਕਿ ਬਹੁਤ ਸਾਰੀਆਂ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ, ਕਈ ਡੇਟਾਂ ਸਾਲ, ਬਹੁਤ ਸਾਰੀਆਂ ਅਦਾਲਤ ਦੇ ਵਿੱਚ ਪ੍ਰੋਸੀਡਿੰਗਸ ਚੱਲਦੀਆਂ ਰਹਿੰਦੀਆਂ, ਸ਼ਾਇਦ ਮੂੰਹ ਜ਼ਬਾਨੀ ਮੈਨੂੰ ਵੀ ਨਾ ਯਾਦ ਹੋਣ, ਖੜਿਆਲ ਸਾਹਿਬ ਨੂੰ ਹੋ ਸਕਦਾ ਹੁੰਦੀਆਂ ਹੋਣ, ਪਰ ਕੀ ਵਾਕਈ ਇਸ ਨੂੰ ਨਸ਼ੇ ਖਿਲਾਫ ਐਕਸ਼ਨ ਸਮਝਿਆ ਜਾਵੇ? ਦੇਖੋ ਜੀ, ਜੋ ਮਰਜ਼ੀ ਸਮਝਿਆ ਜਾਵੇ ਇਹਨੂੰ, ਮੈਂ ਇੰਨਾ ਹੀ ਕਹਿਣਾ ਕਿ ਜਿਸ ਤਰੀਕੇ ਨਾਲ ਮੈਂ ਬੜਾ ਇੰਜੋਏ ਕਰ ਰਿਹਾ ਸੀਗਾ ਇਹਨਾਂ ਦੀ ਡੈਸਪਰੇਸ਼ਨ ਦੋਨੋਂ ਪਾਰਟੀਆਂ ਦੀ, ਉਹ ਤੁਹਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੇ ਵੀ ਇੰਜੋਏ ਕੀਤਾ ਹੋਵੇਗਾ। ਹੁਣ ਤੇ ਰਹਿ ਗਿਆ 1 ਮਿੰਟ ਡਿਬੇਟ ਨੂੰ ਖਤਮ ਹੋਣ ਵਾਸਤੇ। ਮੈਂ ਪਹਿਲੇ ਹੀ ਕਹਿ ਰਿਹਾ ਸੀਗਾ ਜੱਜ ਜੂਰੀ ਕੋਰਟ ਤੇ ਸਾਰੇ ਇੱਥੇ ਬੈਠੇ ਹੋਏ ਨੇ, ਮੈਨੂੰ ਤੇ ਲੱਗਦਾ ਹੈ ਖਡਿਆਲ ਸਾਹਿਬ ਨੂੰ ਇੱਥੇ ਏਡਾ ਜ਼ੋਰ ਲਗਾਉਣ ਦੀ ਜਗ੍ਹਾ ਖੇਰਾ ਸਾਹਿਬ ਦੇ ਡਿਫੈਂਸ ਦੇ ਵਾਸਤੇ ਚਲੇ ਜਾਣਾ ਚਾਹੀਦਾ ਹੈ। ਉਹ ਜਾ ਵੀ ਰਹੇ ਹੋਣਗੇ ਕੁਛ ਨਾ ਕੁਛ ਤੇ ਉੱਥੇ ਜਾ ਕੇ ਕਹਿਣਗੇ ਹੀ। ਇੱਕ ਗੱਲ ਬੜੀ ਸਾਫ਼ ਹੈ, ਇਹ ਅੱਜ ਦੀ ਤੁਹਾਡੀ ਡਿਬੇਟ ਦੇ ਬਾਅਦ ਗੌਰਵ ਜੀ, ਉਹ ਇਹ ਹੈ ਕਿ ਆਮ ਆਦਮੀ ਪਾਰਟੀ ਵੀ ਡਿਫੈਂਸਿਵ ਤੇ ਹੈ, ਕਿਉਂਕਿ ਉਹਨੂੰ ਲੱਗਦਾ ਹੈ ਕਿ ਉਹ ਵੀਕ ਕੇਸ ਬਣਾ ਕੇ ਗਈ ਹੈ। ਅਗਰ ਉਹਦਾ ਵੀਕ ਕੇਸ ਹੈ ਤੇ ਉਹਨੂੰ 100 ਛਿੱਤਰ ਪੈਣਗੇ ਪੰਜਾਬ ਦੇ ਲੋਕਾਂ ਦੇ ਕੋਲੋਂ। ਤੇ ਆਪਣੀ ਕਾਂਗਰਸ ਵੀ ਬੜੀ ਇਸ ਵੇਲੇ ਫਰਸਟ੍ਰੇਸ਼ਨ ਦੇ ਵਿੱਚ ਹੈਗੀ ਹੈ ਕਿ ਉਹਨਾਂ ਦੇ ਇੱਕ ਹੋਰ ਲੀਡਰ ਨੂੰ ਫੜ ਲਿਆ। ਹੁਣ ਕਿੰਨੇ ਕੁ ਲੀਡਰਾਂ ਦੇ ਪਿੱਛੇ ਖਡਿਆਲ ਸਾਹਿਬ ਇੱਥੇ ਆ ਕੇ ਸ਼ੋਰ ਪਾਉਣਗੇ। ਸੋ ਬੇਸਿਕਲੀ ਮੈਂ ਦੁਬਾਰਾ ਇਹ ਕਹਿ ਰਿਹਾ ਕਿ ਇੱਥੇ ਏਡੀਆਂ ਲੰਬੀਆਂ ਲੀਗਲ ਗੱਲਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਸੀਗੀ, ਸਾਨੂੰ ਇੱਕ ਜ਼ਿਆਦਾ ਸੀਰੀਅਸ ਡਿਬੇਟ ਕਰਨੀ ਚਾਹੀਦੀ ਸੀਗੀ। ਮੇਰੇ ਜਿਹੜੇ ਸਵਾਲ ਨੇ ਉਹ ਹਜੇ ਵੀ ਖੜੇ ਨੇ। ਸਭ ਤੋਂ ਪਹਿਲੇ ਮੇਰਾ ਸਵਾਲ ਸੀਗਾ, ਅਗਰ ਇਹ ਜ਼ੀਰੋ ਟੋਲਰੈਂਸ ਕਹਿੰਦੇ ਨੇ, ਪਹਿਲੀ ਗੱਲ ਤੇ ਉਹ ਜਿਹੜਾ ਕਹਿ ਰਹੇ ਨੇ ਨਾ 2001-5 ਉਹ ਮੈਂ ਮੰਨਦਾ ਨਹੀਂ ਕਿ ਇਹਨਾਂ ਨੂੰ ਪਤਾ ਨਹੀਂ ਸੀਗਾ। ਇਹਨਾਂ ਦੇ ਕੇਜਰੀਵਾਲ ਸਾਹਿਬ ਤੇ ਕਹਿੰਦੇ ਅਸੀਂ ਲੋਕਾਂ ਦੀ CV ਮੰਗਾਉਂਦੇ ਆ, ਉਹਨਾਂ ਦਾ ਪ੍ਰੋਫਾਈਲ ਦੇਖਦੇ ਆ। 2015 ਤੋਂ ਸਾਰਿਆਂ ਨੂੰ ਪਤਾ ਸੀਗਾ ਕਿ ਫਾਜ਼ਿਲਕਾ ਕੇਸ ਦੇ ਵਿੱਚ ਖੇਰਾ ਸਾਹਿਬ ਫਸੇ ਹੋਏ ਨੇ। ਸਿਰਫ ਇਹਨਾਂ ਦੇ ਉਹਨਾਂ ਦਾ ਨਾਂ ਹੈ ਨਹੀਂ ਸੀ ਉਦੋਂ, ਉਸ ਵੇਲੇ ਨਾਂ ਨਹੀਂ ਸੀ ਜੈਬੰਦ ਸਿੰਘ ਜੀ। 17 ਚ ਬੋਲ ਲੈਣ ਦਿਓ ਪਲੀਜ਼। 17 ਚ ਆਇਆ ਜੀ, ਜਦੋਂ ਵਿਰੋਧੀ ਧਿਰ ਦਾ ਲੀਡਰ ਬਣਾਇਆ ਹੈ। ਨਹੀਂ 17 ਸ਼ਾਮ ਚ ਹਾਂ ਇਲੈਕਸ਼ਨ ਤੋਂ ਬਾਅਦ LOP 18 ਚ ਉਤਾਰੇ ਤੁਸੀਂ। 18 19 ਚ ਜੀ 17 ਚ ਨਾ ਆਇਆ ਜਦੋਂ LOP ਸੀਗੇ। ਜੈਬੰਦ ਉਦੋਂ ਨਹੀਂ ਸੀਗਾ ਜੈਬੰਦ ਸਿੰਘ ਜੀ, ਉਦੋਂ ਨਹੀਂ ਸੀਗਾ ਜੀ। 17 ਦੇ ਵਿੱਚ ਲੋਅਰ ਕੋਰਟ ਨੇ ਕੀਤੇ ਸੰਮਨ, ਆਪ ਤਾਂ ਕਹਿ ਰਹੇ ਸੀਗੇ ਉਦੋਂ LOP ਸੀਗੇ। ਹਾਂ ਸੀਗੇ, ਤੁਹਾਡੀ ਪਾਰਟੀ ਦੀ ਸੀ। ਹਾਂ ਬਿਲਕੁਲ ਬਿਲਕੁਲ। ਜੈਬੰਦ ਜੀ ਦੇ ਐਵੀਡੈਂਸ ਦੇ ਹਿਸਾਬ ਨਾਲ ਜੀ ਜੈਬੰਦ ਜੀ ਕੰਪਲੀਟ ਕਰ ਲਓ ਸਰ, ਸਮਾਂ ਬਹੁਤ ਪਿੱਛੇ ਪੂਰਾ ਆਪਣੇ ਕੋਲ। ਇਹ ਐਡੇ ਮੈਚੁਰ ਥੋੜਾ ਨੈਟਵਰਕ ਇਸ਼ੂ ਆ ਰਿਹਾ ਸਰ, ਤੁਹਾਡੀ ਆਵਾਜ਼ ਸਾਡੇ ਤੱਕ ਪਹੁੰਚ ਸਕੇ ਤਾਂ ਜੀ। ਹੁਣ ਆ ਰਹੀ ਹੈ ਸਰ, ਆਵਾਜ਼ ਆ ਰਹੀ ਹੈ। ਜਿਹਦੇ ਬਾਰੇ ਤੇ ਉਹ ਗਏ ਨਹੀਂ ਜੀ। ਇਹ ਪਾਰਟੀ ਕੱਟਰ ਇਮਾਨਦਾਰ, ਜਿਹਦੇ ਵਾਸਤੇ ਹੁਣੇ ਹੀ ਸੰਘੇਰਾ ਸਾਹਿਬ ਨੇ ਕਿਹਾ ਜ਼ੀਰੋ ਟੋਲਰੈਂਸ ਫॉर ਕਰਪਸ਼ਨ, ਇਹ ਹੁਣ ਕਾਂਗਰਸ ਦੇ ਨਾਲ ਜਿਹੜਾ ਗੱਠਜੋੜ ਕਰ ਰਹੀ ਹੈ, ਏਡੀ ਕਰਪਟ ਪਾਰਟੀ, ਏਡੀ ਮਾੜੀ, ਸਾਰੇ ਉਹਨਾਂ ਦੇ ਬੰਦੇ ਖਾ ਕੇ ਰਹਿ ਗਏ ਪੰਜਾਬ ਨੂੰ, ਉਹ ਸਾਰਿਆਂ ਨੂੰ ਅੰਦਰ ਕਰ ਦੇਣਾ ਭਗਵੰਤ ਮਾਨ ਨੇ, ਉਹਦੇ ਨਾਲ ਗਠਬੰਧਨ ਕਰਨਗੇ। ਹੁਣ ਤੇ ਇਹਨਾਂ ਕੋਲ CV ਹੈ ਨਾ, ਹੁਣ ਤੇ ਇਹਨਾਂ ਕੋਲ CV ਆ ਗਈ ਨਾ ਕਾਂਗਰਸ। ਚਲੋ ਮੇਰੇ ਕੋਲ ਸਮਾਂ ਬਹੁਤ ਪੂਰਾ ਹੈ ਸਰ, ਮੈਂ ਮਾਫੀ ਚਾਹੁੰਦਾ ਵਿਚਾਲੇ ਰੋਕ ਰਹੇ ਹਾਂ, ਤੁਹਾਡੇ ਸਵਾਲਾਂ ਦਾ ਜਵਾਬ ਲੈਣਾ ਵੀ ਜ਼ਰੂਰੀ ਹੈ, ਪਰ ਮੈਂ ਇੱਕ ਛੋਟੀ ਸਟੇਟਮੈਂਟ 20 ਸੈਕਿੰਡਸ ਦੀ ਲੈ ਪਾਉਂਗਾ। ਦੀਪਾ ਜੀ ਪਹਿਲਾਂ ਤੁਸੀਂ। ਅੱਜ ਜਿਹੜੀ ਤੁਸੀਂ ਅਗਲੀ ਗੱਲ ਹੈ ਕਿ ਇਹਨਾਂ ਦਾ ਗਠਬੰਧਨ ਰਹੂਗਾ ਨਹੀਂ ਰਹੂਗਾ, ਬਿਲਕੁਲ ਮੈਨੂੰ ਲੱਗਦਾ ਰਹੂਗਾ, ਕਿਉਂਕਿ ਇਸ਼ੂ ਜਿਹੜਾ ਹੈ ਨਾ ਕਾਂਗਰਸ ਦਾ ਜਾਂ ਜਿਹੜੇ ਵਿਰੋਧੀ ਧਿਰਾਂ ਦਾ ਬਣਿਆ ਹੈ, ਉਹ ਸ਼ਾਹ ਔਰ ਮੋਦੀ ਦੀ ਜਿਹੜੀ ਸਰਕਾਰ ਹੈ BJP ਦੀ, ਉਹਦੇ ਡਰ ਤੋਂ ਬਣਿਆ। ਉਹ ਡਰ ਮੈਨੂੰ ਲੱਗਦਾ ਰਹੂਗਾ, ਇਹ ਇਸ਼ੂ ਪਿੱਛੇ ਰਹਿ ਜਾਣਗੇ। ਇਹਨਾਂ ਦਾ ਗਠਬੰਧਨ ਹੋ ਰੱਖਿਆ, ਇਹ ਰਹੂਗਾ, ਇਹ ਇਕੱਠੇ ਹੀ ਲੜਨਗੇ। ਬਿਲਕੁਲ ਠੀਕ ਹੈ, ਇਹ ਸਾਰਿਆਂ ਪਤਾ ਹੈ ਕਿ ਕਰਪਸ਼ਨ ਪਰ ਪੋਲਿਟਿਕਸ ਦੇ ਵਿੱਚ ਸਭ ਚੱਲਦਾ, ਕਨਵੀਨੀਅੰਸ ਦੀ ਗੇਮ ਹੈ ਕਿ ਜਿਵੇਂ ਠੀਕ ਲੱਗਦਾ ਉਵੇਂ ਚੱਲਦਾ। ਠੀਕ ਹੈ ਖੜਿਆਲ ਸਾਹਿਬ, ਸਮਾਂ ਬਹੁਤ ਘੱਟ ਹੈ। ਮੇਰਾ ਸਵਾਲ ਇਹ ਹੈ ਕਿ ਤੁਹਾਡਾ ਨੈਕਸਟ ਸਟੈਪ ਕੀ ਹੋਏਗਾ? ਤੁਸੀਂ ਬਹੁਤ ਸਾਰੇ ਤਰਕ ਟੈਕਨੀਕਲੀ ਵੀ ਇੱਥੇ ਦਿੱਤੇ ਨੇ, ਲੋਕ ਘਰ ਬੈਠ ਕੇ ਜਿਹੜੀ ਤੁਹਾਡੀ ਗੱਲ ਨੂੰ ਸੁਣ ਰਹੇ ਨੇ ਜਾਂ ਸਮਝ ਰਹੇ ਨੇ, ਉਹ ਇਹ ਵੀ ਕਹਿ ਰਹੇ ਨੇ ਹੁਣੇ ਕਿ ਤੁਸੀਂ ਅੱਜ TV ਡਿਬੇਟ ਦੇ ਵਿੱਚ ਇਹ ਗੱਲ ਕਰ ਰਹੇ ਹੋ, ਅਦਾਲਤ ਦੇ ਵਿੱਚ ਡਾਇਰੈਕਟਲੀ ਜਾ ਕੇ ਕਿਉਂ ਨਹੀਂ ਕਾਗਜ਼ ਦਿਖਾ ਦਿੱਤਾ ਕਿ ਦੇਖੋ ਜੀ ਇਹ ਕੇਸ ਖਤਮ ਹੋ ਗਿਆ, ਸਾਡੇ ਬੰਦੇ ਨੂੰ ਛੱਡ ਦਿਓ? ਦੇਖੋ ਗੱਲ ਇਸ ਤਰ੍ਹਾਂ ਹੈ, ਅਦਾਲਤ ਦੇ ਵਿੱਚ ਜਾਣ ਤੋਂ ਪਹਿਲੇ ਅਰੈਸਟ ਕਰ ਲਿਆ ਗਿਆ। ਅਸੀਂ ਕੀ ਕਹਿ ਰਹੇ ਹਾਂ, ਤੁਸੀਂ ਨੋਟਿਸ ਦੇ ਸਕਦੇ ਸੀਗੇ, ਤੁਸੀਂ ਸਮਨ ਕਰ ਸਕਦੇ ਸੀਗੇ। 3 ਵਾਰ ਦੇ MLA ਹੈ, ਫਾਰਮਰ ਲੀਡਰ ਆਫ ਆਪੋਜੀਸ਼ਨ ਹੈ, ਪੰਜਾਬ ਦੀ ਗੱਲ ਕਰਦੇ ਆ, ਤੁਸੀਂ ਬੁਲਾ ਸਕਦੇ ਸੀ। ਲੇਕਿਨ ਇਹਨਾਂ ਦੀ ਮਨਸ਼ਾ ਸੀ ਜ਼ਲੀਲ ਕਰਨ ਦੀ, ਇਹਨਾਂ ਦੀ ਮਨਸ਼ਾ ਸੀ ਇੱਕ ਮੈਸੇਜ ਕਨਵੇ ਕਰਨ ਦੀ ਕਿ ਜੇ ਸਵਾਲ ਕਰੋਗੇ ਤੇ ਪੋਲੀਟੀਕਲ ਵੈਂਡੇਟਾ ਹੋਊਗਾ। ਦੂਜੀ ਗੱਲ, ਗੌਰਵ ਜੀ ਤੁਸੀਂ ਕਿਹਾ ਵੀ ਕੇਸ ਹੈ,
ਬਾਇਜ਼ਤ ਬਰੀ ਹੋ ਜਾਣਗੇ, ਕੇਸ ਖਾਰਜ ਹੋ ਜਾਊਗਾ, ਕੀ ਪ੍ਰੋਬਲਮ ਹੈ? ਵਿਸ਼ਵਾਸ ਰੱਖੋ। ਵਿਸ਼ਵਾਸ ਸਾਨੂੰ 100 ਨਹੀਂ 1000% ਹੈ ਕੋਰਟ ਤੇ, ਬਟ ਪ੍ਰੋਸੈਸ ਬਿਕਮਸ ਪਨਿਸ਼ਮੈਂਟ। ਉਹ ਖਹਿਰਾ ਸਾਹਿਬ ਅਰੈਸਟ ਹੋਏ, ਉਹਨਾਂ ਦੀ ਫੈਮਿਲੀ ਤੇ ਟੈਨਸ਼ਨ ਹੈ, ਸਟ੍ਰੈਸ ਹੈ ਅਨਨੈਸੈਸਰਲੀ। ਹੁਣ ਕਿਸੇ ਦੇ ਵੀ ਕੇਸ ਹੋਵੇ, ਕਿਉਂ ਕੇਜਰੀਵਾਲ ਸਾਹਿਬ ਨੇ ਮਾਫੀ ਮੰਗੀ ਸੀਗੀ, ਤਾਂ ਹੀ ਮੰਗੀ ਸੀ ਨਾ, ਬਿਕੋਜ਼ ਪ੍ਰੋਸੈਸ ਬਿਕਮਸ ਪਨਿਸ਼ਮੈਂਟ, ਤਾਂ ਹੀ ਕਰਕੇ ਤਾਂ ਮਾਫੀ ਮੰਗ ਕੇ ਤੇ ਚਲੇ ਗਏ ਸੀਗੇ ਫ੍ਰੀ ਹੋ ਕੇ। ਸੰਜੇ ਸਿੰਘ ਲੜੀ ਗਏ ਕੇਸ। ਤੀਜੀ ਗੱਲ ਮੈਂ ਇਹਨਾਂ ਨੂੰ ਸਪਸ਼ਟ ਕਰਦਾ, ਆਮ ਆਦਮੀ ਪਾਰਟੀ ਦਾ ਜਿਹੜਾ ਮੋਡਸ ਆਪਰੈਂਡਾ ਹੈ ਗੌਰਵ ਜੀ, ਜਦੋਂ ਕਦੇ ਇਹਨਾਂ ਦਾ ਫੇਲਿਅਰ ਕੋਈ ਵੀ ਅੱਗੇ ਆਉਂਦਾ ਹੈ, ਨਾਲ ਦੀ ਨਾਲ ਆਪੋਜੀਸ਼ਨ ਲੀਡਰ ਤੇ ਕੇਸ, ਤਾਂ ਕਿ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ। ਕੇਸ ਤੋਂ ਲੱਗ ਰਿਹਾ ਤੁਹਾਨੂੰ 47,000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ, ਉਹ ਇਸ਼ੂ ਅੱਗੇ ਆਇਆ ਹੋਇਆ ਸੀਗਾ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੋਕ ਸਵਾਲ ਕਰ ਰਹੇ ਸੀ। ਠੀਕ ਹੈ, ਚਲੋ ਮੇਰੇ ਕੋਲ ਸਮਾਂ ਖਤਮ ਹੈ, ਮੈਂ ਵਾਈਂਡ ਅਪ ਕਰਨਾ। ਸੰਘੇੜਾ ਸਾਹਿਬ, ਤੁਹਾਡੀ ਫਾਈਨਲ ਸਟੇਟਮੈਂਟ। ਦੇਖੋ, ਜਿਹੜੇ ਲੋਕ ਇਸ ਸਮੇਂ ਸੁਣ ਰਹੇ ਨੇ, ਮੈਂ ਖੜਿਆਲ ਸਾਹਿਬ ਦਾ ਜ਼ਿਕਰ ਕਰਕੇ ਸਵਾਲ ਪੁੱਛਿਆ, ਤਾਂ ਉਹ ਇਹ ਵੀ ਚਾਹੁੰਦੇ ਹੋਣਗੇ, ਜਿਹੜੇ ਲੋਕ ਤੁਹਾਨੂੰ ਸੁਣ ਰਹੇ ਨੇ, ਕਿ ਤੁਸੀਂ ਦੱਸੋ ਨਾ ਆਖਿਰ ਕਿ ਸੁਖਪਾਲ ਖਹਿਰਾ ਦੇ ਖਿਲਾਫ ਅਜਿਹਾ ਕੀ ਮਿਲਿਆ ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਡਰੱਗਸ ਦਾ ਬਹੁਤ ਸੋਲਿਡ ਕੇਸ ਹੁੰਦਾ ਹੈ, ਖਾਸ ਤੌਰ ਤੇ ਐਨਡੀਪੀਐਸ ਦਾ। ਗੌਰਵ ਸ਼ੁਕਲਾ ਜੀ, ਪ੍ਰਾਈਮਾ ਫੇਸ਼ਾਈ ਸਾਹਮਣੇ ਕੇਸ ਹੈ, ਤੀਜੀ ਸਰਕਾਰ ਆ ਗਈ ਆ, ਪਿੱਛੋਂ ਕੇਸ ਚੱਲਦਾ ਆਉਂਦਾ ਆ, ਉਹ ਸਾਰੇ ਹੀ ਦੋਸ਼ ਆ ਜਿਹੜੇ ਬਾਕੀਆਂ ਦੇ ਵਿਰੁੱਧ ਸੀਗੇ, ਉਹ ਸਾਰੇ ਦੋਸ਼ ਆ। ਨਾਲ ਐਸਆਈਟੀ ਨੂੰ ਨਵੀਂ ਇਹਦੇ ਚ ਇਨਪੁਟਸ ਮਿਲੀਆਂ ਹੈਗੀਆਂ, ਇਹ ਤਾਂ ਹੁਣ ਟ੍ਰਾਇਲ ਚੱਲਣਗੇ, ਸਾਰਾ ਕੁਝ ਸਾਹਮਣੇ ਆਏਗਾ। ਔਰ ਖੜਿਆਲ ਸਾਹਿਬ ਨਾਲ ਜੇ ਲਾ ਕੇ ਤੇ ਜੇ ਜਦੋਂ ਫਿਰ ਬਰੀ ਹੋ ਜਾਣਗੇ, ਜਦੋਂ ਫਿਰ ਇਦਾਂ ਹੋ ਜਾਏਗਾ, ਇਹ ਕਿ ਬਣਾ ਸਾਰਾ ਮਿਸਗਾਈਡ ਕਰ ਰਹੇ ਆ। ਕਲੀਅਰ ਕੱਟ ਤਾਂ ਡਰੱਗ ਤਸਕਰੀ ਦਾ ਕੇਸ ਹੈ, ਅਦਾਲਤ ਨੇ 2 ਦਿਨ ਦਾ ਰਿਮਾਂਡ ਦਿੱਤਾ ਆ, ਇਹਦੇ ਵਿੱਚ ਚਲਾਨ ਪੇਸ਼ ਹੋਣਾ, ਇਹ ਇੰਜੋਏ ਕਰ ਰਹੇ ਨੇ ਖੜਿਆਲ ਸਾਹਿਬ, ਇਸ ਬਹਿਸ ਨੂੰ ਇੰਜੋਏ ਕਰ ਰਹੇ ਨੇ। ਬਾਕੀ ਮੈਂ ਜੈਵੰਤ ਸਿੰਘ ਜੀ ਦਾ ਜਵਾਬ ਦੇ ਦੇਵਾਂ, ਭਾਰਤੀ ਜਨਤਾ ਪਾਰਟੀ ਜੇ ਮੋਦੀ ਸਾਹਿਬ ਦੁਬਾਰਾ ਆਉਂਦੇ ਆ, ਇਹ ਜੋੜੀ ਦੁਬਾਰਾ ਆਉਂਦੀ ਆ, ਜਮਹੂਰੀਅਤ ਨੂੰ ਖਤਰਾ ਆ ਬੀਜੇਪੀ ਤੋਂ। ਇਹ ਆਖਰੀ ਇਲੈਕਸ਼ਨ ਹੋਏਗੀ, ਇਹ ਸੁਪਰੀਮ ਕੋਰਟ ਦੇ ਫੈਸਲੇ ਪਲਟਣ ਲਈ ਵੀ ਕਾਨੂੰਨ ਦੇ ਮਲੀਆ ਮੇਟ ਕਰਦੇ, ਸੁਪਰੀਮ ਕੋਰਟ ਦੇ ਫੈਸਲੇ ਪਲਟ ਰਹੇ। ਮਹਿੰਗਾਈ ਸਿਖਰਾਂ ਤੇ, ਇੰਡੀਆ ਵੇਚ ਦਿੱਤਾ ਇਹਨਾਂ ਨੇ। ਸੋ ਜਿਹੜਾ ਗੱਠਜੋੜ ਹੈ ਨਾ, ਇੰਡੀਆ ਗੱਠਜੋੜ 26 ਪਾਰਟੀਆਂ ਦਾ, ਚਲੋ ਮੇਰੇ ਕੋਲ ਸਮਾਂ ਖਤਮ ਹੋ ਚੱਲਿਆ ਸਰ, ਮੈਨੂੰ ਵਾਈਂਡ ਅਪ ਕਰਨਾ ਹੋਵੇਗਾ। 26 ਪਾਰਟੀਆਂ ਦਾ ਗੱਠਜੋੜ ਰਾਸ਼ਟਰ ਪੱਧਰ ਤੇ ਆ, ਰਾਸ਼ਟਰ ਪੱਧਰ ਤੇ ਉਹ ਗੱਠਜੋੜ ਰਹੂਗਾ, ਪਰ ਪੰਜਾਬ 'ਚ ਅਸੀਂ ਕਾਂਗਰਸ ਨਾਲ ਗੱਠਜੋੜ ਨਹੀਂ ਕਰਨਾ। ਪੰਜਾਬ 'ਚ ਬੀਜੇਪੀ ਦੀ ਸੀਟ ਹੀ ਨਹੀਂ ਕੋਈ ਆਣੀ। ਗੱਠਜੋੜ ਬੀਜੇਪੀ ਦਾ ਵਿਰੋਧਾ ਮੰਨਦੇ ਆ ਅਸੀਂ, ਇਹਨਾਂ ਨੇ ਦੇਸ਼ ਵੇਚ ਦਿੱਤਾ, ਇਹਨਾਂ ਤੋਂ ਜਮਹੂਰੀਅਤ ਨੂੰ ਆਪਾਂ ਵਾਈਂਡ ਅਪ ਕਰਨਾ ਸਰ, ਸਮਾਂ ਮੇਰੇ ਕੋਲ ਖਤਮ ਹੋ ਚੱਲਿਆ। ਸੰਘੇੜਾ ਸਾਹਿਬ ਵਿਚਾਲੇ ਰੋਕ ਦੇ, ਬਹੁਤ ਛੋਟਾ ਜਿਹਾ ਜੀ ਜੈਬਾਨ ਜੀ, ਬਹੁਤ ਛੋਟਾ ਜਿਹਾ ਸਟੇਟਮੈਂਟ ਸਰ। ਜੈਬਾਨ ਜੀ ਸਰ, ਜੈਬਾਨ ਜੀ ਬਹੁਤ ਛੋਟਾ ਜਿਹਾ ਸਟੇਟਮੈਂਟ। ਜੈਬਾਨ ਜੀ ਸਾਹਿਬ ਦੀ ਗੱਲ ਮੰਨੀ ਕਿ ਭਗਵੰਤ ਮਾਨ ਸਾਹਿਬ ਦੀ ਗੱਲ ਮੰਨੀ। ਜੈਬਾਨ ਜੀ ਬਹੁਤ ਛੋਟਾ ਸਟੇਟਮੈਂਟ ਸਰ। ਲੋਕ ਸਭਾ ਦੇ ਵਿੱਚ ਇਹ ਤਾਂ ਛਾਲਾ ਮਾਰ ਰਹੇ ਹੋ ਜੀ। ਜੈਬਾਨ ਜੀ, ਉਹ ਦੇਖੋ ਏਦਾਂ ਗੌਰਵ ਜੀ, ਇਹਨਾਂ ਨੂੰ ਹੁਣ ਹੋਰ ਕੁਝ ਨਹੀਂ ਮਿਲਿਆ ਤਾਂ ਸਾਡੇ ਪਿੱਛੇ ਪੈ ਗਏ ਕਿ ਇਹ ਨਹੀਂ ਆਉਂਦੇ। ਇਹਨਾਂ ਦਾ ਇੱਕ ਐਮਐਲਏ, ਇਹਨਾਂ ਦੀ ਮੈਂ ਦੱਸ ਰਿਹਾ ਤੁਹਾਨੂੰ, ਇਹਨਾਂ ਦੀਆਂ 2 ਸੀਟਾਂ ਵੀ ਨਹੀਂ ਆਣੀਆਂ। ਤੁਸੀਂ ਕੀਤੇ ਹੋਰ ਕੋਈ ਇਕੱਠੇ ਨਹੀਂ ਹੁੰਦੇ ਸੀ, ਤੁਸੀਂ ਇਕੱਠੇ ਕਿਤੇ, ਤੁਹਾਡੇ ਡਰ ਤੋਂ ਇਕੱਠੇ ਹੋਏ ਆ। ਗਠਜੋੜ ਤੇ ਮੈਨੂੰ ਲੱਗਦਾ ਕਿ ਕਿਸੇ ਦਿਨ ਚਰਚਾ ਆਪਾਂ ਜ਼ਰੂਰ ਰੱਖਾਂਗੇ, ਸਪੈਸੀਫਿਕਲੀ ਗਠਜੋੜ ਤੇ ਗੱਲ ਹੋਵੇ। ਅਸੀਂ ਵੀ ਇਹਨਾਂ ਨਾਲ ਕਰਨੇ ਨਹੀਂ ਚਾਹੁੰਦੇ, ਕਿਉਂਕਿ ਗੜ ਹਾਰ ਗਿਆ ਆਪਦਾ, ਹੁਣ 13 ਦੇ 13 ਹਾਰਨਗੇ। ਤੇ ਹਰਪਾਲ ਚੀਮਾ ਸਾਹਿਬ ਦੀ ਗੱਲ ਦਾ ਵਿਸ਼ਵਾਸ ਕਰੀਏ, ਵਿਚਾਲੇ ਰੋਕਣਾ ਪੈ ਰਿਹਾ ਮੈਨੂੰ। ਜਲੰਧਰ 'ਚ ਇਹਨਾਂ ਨੂੰ ਸੀਐਮ ਸਾਹਿਬ ਦੀ ਗੱਲ ਦਾ ਵਿਸ਼ਵਾਸ ਕਰੀਏ ਕਿ ਉਹ ਗੱਲ ਤੁਹਾਡੇ ਤੇ ਜਾਂਦੀ। ਚਲੋ ਮੈਂ ਮਾਫੀ ਚਾਹੁੰਦਾ, ਬਾਜਵੇ ਦਾ ਗੱਲ ਦਾ ਕਰੀਏ, ਗਿਆਨ ਦੇ ਮਿੰਟ ਦੀ ਗੱਲ।